निरंजन है गुरु नानक, धार के मूरत है जग आयो। लोक सुनियो परलोक सुनियो, बिद लोक सुनियो सब दर्शन पायो। संगत पार उतारन को, गुरु नानक साहिब पंथ चलायो। वाहिगुरु श्री गुरु नानक साहिब, धार के मूरत है जग आयो। आद करो गुरुदेव को बंदन, वाहिगुरु मुख माहे उचारी। दोए कर जोर करो चरणों पर, जाऊं सदा गुरु को बलिहारी। कान सुने उपमा गुर की, गुरमूरत ध्यान हृदय में धारी। वाहिगुरु श्री गुरु नानक साहिब, सेवक शरण गही दरबारी। डंडौत बंदन अनकवार, सर्व कला समरथ। डोलन ते राखो प्रभु, नानक दे कर हाथ। ज्ञान अंजन गुर दिया, अज्ञान अंधेर बनास। हर कृपा ते संत भेटिया, नानक मन परगास। मुकुचरै शास्त्र खाट, पिंग गिरन चढ़ जाए। अंध लखै बदरो सुन, जो काल कृपा कराए। गुरु नानक परशोत्तम, परम पुरावरनाथ। जुगल चरण मम बंदना, तर कर तर पर माथ। गुरु नानक सुख सिंध को, हाथ जोर प्रणाम। जिस करन ते बढ़ियागी, पावै गत विश्राम। सतनाम श्री वाहिगुरु साहिब जी। राग बिलावल महला पंजवा। घर दूजा यानड़ी कै घर गावना। एक ओंकार सतगुर प्रसाद। मैं मन तेरी टेक मेरे प्यारे, मैं मन तेरी टेक। अवर सियाणपा बिरथिया प्यारे, राखण कौतुक एक। मैं मन तेरी टेक मेरे प्यारे, मैं मन तेरी टेक। अवर सियाणपा बिरथिया प्यारे, राखण कौतुक एक। वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी दी महान बख्शिश कृपालता का सदका आप सारिया संगतां बड़े प्यार आदर सत्कार दे नाल गुरु साहिब जी के पावन पवित्र स्थान गुरुद्वारा श्री बेर साहिब जी विखे हाजरी भरते हुए चल रही स्थान की मर्यादा के अनुसार अमृत वेले सतगुरां दे सोहने प्रकाश पंज बाणियां का नितनेम श्री आसा जी दी वार दा संपूर्ण कीर्तन हरजस
ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। 802 ਅੰਗ ਦੇ ਉੱਤੇ ਲੜੀਵਾਰ ਕਥਾ ਆਰੰਭ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਨਾਲ ਇਸ ਭਾਗਾ ਸਮਾਂ ਸਤਸੰਗੀਆਂ ਨੂੰ ਪ੍ਰਾਪਤ ਹੁੰਦਾ ਹੈ। ਇੱਕ ਤਾਂ ਦੁਨਿਆਵੀ ਨਸ਼ੇ ਹਨ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੇ ਦੋਸ਼ ਰੋਗ ਵੀ ਪੈਦਾ ਹੁੰਦੇ ਹਨ, ਪਰ ਅਮਲੀ ਲੋਕ ਉਹਨਾਂ ਨਸ਼ਿਆਂ ਦੇ ਅਧੀਨ ਹੋ ਜਾਂਦੇ ਹਨ। ਉਹ ਤੋਂ ਬਿਨਾਂ ਰਹਿ ਨਹੀਂ ਸਕਦੇ। ਪਰ ਇਹ ਬਾਣੀ ਦੀ ਕਥਾ ਰੂਪ ਵੀ ਇੱਕ ਨਸ਼ਾ ਹੈ, ਕੀਰਤਨ ਹੈ, ਹਰੀ ਜਸ ਹੈ, ਬਾਣੀ ਦਾ ਪਠਨ ਪਾਠਨ, ਨਾਮ ਅਭਿਆਸ, ਇਹਦੇ ਵਿੱਚ ਵੀ ਬੜਾ ਆਨੰਦ ਹੈ। ਔਰ ਜਿਹੜੇ ਰੋਜ਼ ਦੇ ਸਰੋਤੇ ਹੈ, ਨਾ ਆਉਣ 'ਤੇ ਉਹਨਾਂ ਨੂੰ ਵੀ ਤੋੜ ਲੱਗਦੀ ਹੈ। ਕੱਲ੍ਹ ਕਥਾ ਕਿਹੜੀ ਸੀ, ਅੱਜ ਪ੍ਰਸੰਗ ਕਿਹੜਾ ਹੈ, ਇੱਕ ਦੂਜੇ ਤੋਂ ਪੁੱਛਦੇ ਵੀ ਹਨ ਸਿਆਣੇ ਸਰੋਤੇ। ਸੋ ਇਸ ਵਾਸਤੇ ਇਹ ਸੱਚਾ ਨਸ਼ਾ ਹੈ। ਪੋਸਤ ਭੰਗ ਅਫੀਮ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੈ ਦਿਨ ਰਾਤ। ਉਹ ਨਸ਼ੇ ਥੋੜ੍ਹੇ ਸਮੇਂ ਲਈ ਹੈ ਔਰ ਦੋਸ਼ਾਂ ਦੇ ਸਹਿਤ ਹੈ। ਇਹ ਜਿਹੜਾ ਨਾਮ ਬਾਣੀ ਦਾ ਨਸ਼ਾ ਹੈ, ਇਹ ਨਿਰਦੋਸ਼ ਦੋਸ਼ਾਂ ਤੋਂ ਰਹਿਤ ਕਰਨ ਵਾਲਾ ਹੈ। ਕਿਉਂਕਿ ਬਾਣੀ ਦੀ ਵਿਚਾਰ ਸੁਣ ਕੇ ਬਹੁਤਿਆਂ ਦੇ ਜੀਵਨ ਜਿਹੜੇ ਉਹ ਪਲਟ ਜਾਂਦੇ ਹਨ, ਬਦਲ ਜਾਂਦੇ ਹਨ। ਕਿਉਂਕਿ ਰੋਜ਼ ਦੀ ਜਿਹੜੀ ਸਿੱਖਿਆ ਹੈ ਉਹ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਸਤਸੰਗਤ ਵਿੱਚੋਂ ਇਹੀ ਵਸਤੂ ਮਿਲਦੀ ਹੈ। ਕੁਸੰਗ ਵਿੱਚੋਂ ਕੁਛ ਸਿੱਖਿਆ ਹੀ ਮਿਲਣੀ ਹੈ, ਮਾੜੇ ਪਾਸੇ ਜਾਣ ਦੀ ਮੱਤ ਮਿਲਦੀ ਹੈ। ਉਸ ਨੂੰ ਅਸੀਂ ਮਨਮਤ ਕਹਿ ਦਿੰਦੇ ਹਾਂ। ਜੋ ਗੁਰਬਾਣੀ ਤੋਂ ਸਿੱਖਿਆ ਮਿਲਦੀ ਹੈ ਉਸ ਨੂੰ ਗੁਰਮਤਿ ਕਹਿੰਦੇ ਹਾਂ। ਪਾਤਸ਼ਾਹ ਕਿਰਪਾ ਕਰਦੇ ਹਨ, ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਹੇ ਅਗਿਆਤ ਜੀਵ ਤੂੰ ਗੁਰੂ ਦੀ ਮੱਤ ਲੈ ਲਾ। ਭਗਤੀ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਜਿਹੜੇ ਬਹੁਤ ਦੁਨਿਆਵੀ ਤੌਰ 'ਤੇ ਸਿਆਣੇ ਸੀ ਉਹ ਵੀ ਸੰਸਾਰ ਸਾਗਰ ਵਿੱਚ ਡੁੱਬ ਰਹੇ ਹਨ। ਇਸ ਵਾਸਤੇ ਇਹ ਅੰਮ੍ਰਿਤ ਰੂਪ ਬਾਣੀ ਦੀ ਜੋ ਕਥਾ ਹੈ, ਪਾਰਵਤੀ ਨੇ ਸ਼ਿਵ ਜੀ ਨੂੰ ਕਿਹਾ ਸੀ ਕਿ ਮੈਨੂੰ ਅਮਰ ਕਥਾ ਸੁਣਾਓ। ਅਮਰਨਾਥ ਦਾ ਜੋ ਸਥਾਨ ਹੈ, ਕਹਿੰਦੇ ਇਸ ਨੂੰ ਚੁਣਿਆ। ਬਚਨ ਸੀ ਕਿ ਜਦੋਂ ਮੈਂ ਕਥਾ ਕਰਾਂ ਤੂੰ ਹੁੰਗਾਰਾ ਦੇਈ ਜਾਣਾ। ਉਹ ਸੌ ਗਈ। ਇੱਕ ਤੋਤਾ ਜਿਹੜਾ ਉਹ ਸਿਖਾਲ ਲਈ ਉਹੀ ਬੋਲੀ ਬੋਲਣ ਲੱਗ ਜਾਂਦਾ ਹੈ। ਉਹ ਹੂੰ ਕਰੀ ਗਿਆ। ਜਦੋਂ ਕਹਿੰਦੇ ਆ ਕਿ ਸ਼ਿਵ ਜੀ ਨੇ ਅੱਖਾਂ ਖੋਲ੍ਹੀਆਂ ਅਤੇ ਪਾਰਵਤੀ ਸੁੱਤੀ ਹੋਈ ਹੈ। ਉਹ ਫਿਰ ਤਰਸੂਲ ਲੈ ਕੇ ਉਹਨੂੰ ਮਾਰਨ ਲਈ ਦੌੜਿਆ। ਇਹ ਕਥਾ ਤਾਂ ਮੈਂ ਪਾਰਵਤੀ ਨੂੰ ਸੁਣਾਉਂਦਾ ਸੀ, ਪਰ ਹੁੰਗਾਰਾ ਤੋਤਾ ਦੇ ਗਿਆ।
ਉਹ ਹੁਣ ਗਰੀਬ ਵਿਚਾਰਾ ਪੰਛੀ ਬਿਆਸ ਦੀ ਸ਼ਰਨ ਚਲੇ ਗਿਆ। ਕਹਿਣ ਲੱਗੇ ਵੀ ਤੋਤਾ ਦੇ ਅਮਰ ਕਥਾ ਸੁਣੀ ਹੈ। ਇਹ ਕਥਾ ਤਾਂ ਮੈਂ ਆਪਣੇ ਧਰਮ ਪਤਨੀ ਨੂੰ ਸੁਣਾ ਰਿਹਾ ਸੀ, ਉਹ ਸੁੱਤੀ ਹੋਈ ਸੀ, ਮੈਂ ਇਹਨੂੰ ਮਾਰਨਾ ਹੈ। ਬਿਆਸ ਜੀ ਵਿਦਵਾਨ ਸੀ, ਉਹ ਕਹਿਣ ਲੱਗੇ ਜਿਹੜੀ ਕਥਾ ਤੁਸੀਂ ਸੁਣਾ ਰਹੇ ਆ ਇਹਦਾ ਮਹਾਤਮ ਕੀ ਹੈ? ਕਹਿਣ ਲੱਗੇ ਜਿਹੜਾ ਇਹ ਕਥਾ ਸੁਣਦਾ ਉਹ ਅਮਰ ਹੋ ਜਾਂਦਾ ਹੈ। ਕਹਿੰਦੇ ਫਿਰ ਤੋਤਾ ਅਮਰ ਨਹੀਂ ਹੋਇਆ, ਫਿਰ ਤੂੰ ਕਿਵੇਂ ਮਾਰ ਦੇਵੇਂਗਾ? ਫਿਰ ਉਹ ਚਲੇ ਗਿਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਕੋਈ ਭੇਦ ਵਿਤਕਰਾ 'ਤੇ ਰੱਖਿਆ ਨਹੀਂ। ਜੋ ਜੋ ਜਪੈ ਤਿਸ ਕੀ ਗਤ ਹੋਏ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਇਸ ਵਾਸਤੇ ਜਿਹੜੀ ਬਾਣੀ ਦੀ ਕਥਾ ਹੈ ਇਹਦੇ 'ਤੇ ਇਸ ਤਰ੍ਹਾਂ ਦੇ ਬਿਆਨ ਨਹੀਂ ਲਾਏ ਹੋਏ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪਨੀਤ ਪਏ ਸੁਖ ਸੈਲ। ਆਓ ਪਿਆਰ ਦੇ ਨਾਲ ਸਤਿਗੁਰਾਂ ਦੀ ਬਾਣੀ ਦੀ ਪਵਿੱਤਰ ਅੰਮ੍ਰਿਤ ਰੂਪੀ ਕਥਾ ਸ਼ਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਹੈ। ਪੰਜਵੇਂ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਹੋਈ ਬਾਣੀ ਦੀ ਵਿਚਾਰ ਸਰਵਣ ਕਰਨੀ ਹੈ। ਘਰ ਦੂਜਾ ਦੂਸਰੇ ਘਰ ਦੇ ਤਾਲ ਵਿੱਚ ਜਾਨੜੀਏ ਕੈ ਘਰ ਗਾਵਣਾ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਾਨੜੀਏ ਮਨੜਾ ਕਾਇ ਕਰੇ ਤਿਲੰਗ ਰਾਗ ਵਿੱਚ 722 ਅੰਗ 'ਤੇ ਹੈ। ਉਸੇ ਧੁਨ ਵਿੱਚ ਇਹ ਸ਼ਬਦ ਮਹਾਰਾਜ ਨੇ ਬਿਲਾਵਲ ਰਾਗ ਵਿੱਚ ਗਾਇਆ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ। ਓੰਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ। ਇਹ ਮੇਰੇ ਪਿਆਰੇ, ਮੇਰੇ ਮਨ ਵਿੱਚ ਆਪ ਜੀ ਦੀ ਟੇਕ, ਆਪ ਦਾ ਆਸਰਾ, ਆਪ ਜੀ ਦਾ ਭਰੋਸਾ ਹੈ। ਸੰਸਾਰੀ ਲੋਕ ਜੁਦਾ ਜੁਦਾ ਆਸਰਾ ਮੰਨ ਰਹੇ ਅਤੇ ਕੁਝ ਹੈ ਵੀ ਜਿਵੇਂ ਛੋਟੇ ਨੰਨ੍ਹੇ ਬੱਚੇ ਹੈ, ਮਾਂ ਪਿਓ ਦਾ ਆਸਰਾ ਹੈ। ਉਹਨਾਂ ਨੂੰ ਵੀ ਹੁੰਦਾ ਹੈ ਕਿ ਵੱਡੇ ਹੋਣਗੇ, ਬੁਢਾਪਾ ਆਏਗਾ, ਇਹ ਆਸਰਾ ਸਹਾਰਾ ਦੇਣਗੇ। ਇਸ ਵਾਸਤੇ ਗ੍ਰਸਤੀ ਲੋਕ ਪੁੱਤਰ ਵਾਸਤੇ ਯਤਨ ਵੀ ਬੇਅੰਤ ਕਰਦੇ ਹਨ। ਹੈ ਤਾਂ ਭਾਣੇ ਵਿੱਚ ਹੀ ਹੋਣਾ ਨਾ ਹੋਣਾ, ਪਰ ਫਿਰ ਵੀ ਅਰਦਾਸ ਬੇਨਤੀਆਂ ਕਰਦੇ ਕਰਾਉਂਦੇ ਹਨ। ਇਸਤਰੀ ਪਤੀ ਦਾ ਆਸਰਾ, ਉਹ ਕਹਿਣਗੀਆਂ ਮੇਰੇ ਸਿਰ ਦਾ ਸਾਈਂ ਹੈ, ਪਤੀ ਪਰਮੇਸ਼ਰ ਹੈ। ਪਰਜਾ ਰਾਜੇ ਦਾ, ਰਾਜਾ ਪਰਜਾ ਦਾ ਸਹਾਰਾ ਲੈ ਰਿਹਾ। ਦੂਰ ਤੱਕ ਵਿਚਾਰੀਏ ਸਾਰੀ ਚੀਜ਼ ਓਤ ਪਰੋਤ ਹੈ। ਮਿੱਤਰ ਮਿੱਤਰ ਦਾ ਆਸਰਾ ਲੈ ਰਿਹਾ, ਭਰਾ ਭਰਾ ਦਾ। ਕਿਸੇ ਹੱਦ ਤੱਕ ਉਹ ਵੀ ਆਸਰੇ 'ਤੇ ਹਨ, ਸੰਪੂਰਨ ਨਹੀਂ। ਜਿਹੜਾ ਮੁਕੰਮਲ ਆਸਰਾ ਹੈ, ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ।
ਲਾਗੂ ਹੈ ਦੁਸ਼ਮਣਾ ਸਾਖ ਪੇ ਭਜ ਖਲੇ, ਸਭੋ ਚੁੱਕੈ ਆਸਰਾ। ਜਦੋਂ ਸਾਰੇ ਆਸਰੇ ਚੁੱਕ ਜਾਂਦੇ, ਫਿਰ ਇੱਕ ਮਾਲਕ ਦਾ ਆਸਰਾ ਰਹਿ ਜਾਂਦਾ ਹੈ। ਇਸ ਵਾਸਤੇ ਹੈ ਤਾਂ ਉਹਨਾਂ ਦਾ ਵੀ ਬਲ ਸੰਸਾਰ ਦੇ ਉੱਤੇ, ਲੇਕਿਨ ਜਿਹੜਾ ਮੁਕੰਮਲ ਆਸਰਾ ਹੈ ਉਹ ਪਰਮਾਤਮਾ ਦਾ ਹੈ। ਇਸ ਵਾਸਤੇ ਕਹਿੰਦੇ ਹੈ ਪਿਆਰੇ, ਮੈਨੂੰ ਆਪ ਜੀ ਦੀ ਟੇਕ, ਆਪ ਜੀ ਦਾ ਆਸਰਾ ਹੈ। ਮੈਂ ਮਨ ਤੇਰੀ ਟੇਕ, ਮੇਰੇ ਮਨ ਵਿੱਚ ਤੇਰੀ ਟੇਕ ਹੈ। ਹਰ ਵੇਲੇ ਟਿਕ ਟਿਕੀ ਲੱਗੀ ਹੈ ਤੇਰੇ ਧਿਆਨ ਵਿੱਚ, ਤੇਰੇ ਵੱਲ ਦੇਖ ਰਹੇ ਹਾਂ। ਆਪ ਸਾਡੀ ਸਹਾਇਤਾ ਕਰੋ। ਜਿਸ ਤਰ੍ਹਾਂ ਪ੍ਰਹਿਲਾਦ ਭਗਤ ਸਦਨਿਆਂ ਦੇ ਪ੍ਰਸੰਗ ਆਉਂਦੇ ਹਨ, ਦ੍ਰੋਪਦੀ ਦੇ ਪ੍ਰਸੰਗ ਹਨ, ਪੁਰਾਤਨ ਵੀ ਮੌਜੂਦਾ ਵੀ ਮਿਲਦੇ ਹਨ। ਜਿਹੜੇ ਗੁਰਮੁਖ ਪਿਆਰੇ, ਉਹਨਾਂ ਦੀ ਧਾਰਨਾ ਇਹ ਹੁੰਦੀ ਹੈ, ਮੈਂ ਮਨ ਤੇਰੀ ਟੇਕ। ਹੇ ਨਿਰੰਕਾਰ ਜੀਓ, ਮੇਰੇ ਮਨ ਵਿੱਚ ਆਪ ਜੀ ਦੀ ਟੇਕ, ਆਪ ਜੀ ਦਾ ਆਸਰਾ ਹੈ। ਅਵਰ ਸਿਆਣਪਾ ਬਿਰਥੀਆ ਪਿਆਰੇ, ਹੋਰ ਜਿਹੜੀਆਂ ਸਿਆਣਪਾਂ ਇਹ ਪਿਆਰੇ, ਉਹ ਕਈ ਵਾਰੀ ਸਾਰਥਕ ਨਹੀਂ ਹੁੰਦੀਆਂ, ਵਿਅਰਥ ਚਲੇ ਜਾਂਦੀਆਂ ਹਨ। ਦ੍ਰੋਪਦੀ ਦਾ ਪ੍ਰਸੰਗ ਵਾਚੀਏ, ਪਹਿਲਾਂ ਉਹਨੂੰ ਸੀ ਕਿ ਦਰੋਣਾਚਾਰੀਆ ਸਾਡੀ ਕੁਲ ਦਾ ਪੁਰੋਹਿਤ ਆ, ਸਹਾਇਤਾ ਕਰੇਗਾ। ਭੀਸ਼ ਪਿਤਾਮਾ ਦਾਦਾ ਪੜਦਾਦਾ ਹੈ, ਉਨਾ ਹੀ ਰਿਸ਼ਤਾ ਦੁਰਯੋਧਨ ਹੋਣਾ ਦਾ, ਉਨਾ ਹੀ ਯੁਧਿਸ਼ਠਿਰ ਹੋਣਾ ਦਾ। ਹੋਰ ਵੀ ਸਭਾ ਸੱਦ ਸੀਗੇ, ਲੇਕਿਨ ਉਹ ਦੁਸ਼ਟ ਚੌਂਕੜੀ ਦੁਰਯੋਧਨ ਤੋਂ ਡਰਦਾ ਕੋਈ ਬੋਲਿਆ ਹੀ ਨਹੀਂ। ਫਿਰ ਪਾਂਡਵਾਂ ਦਾ ਵੇਸੀ, ਫਿਰ ਬੜੇ ਯੋਧੇ ਬੋਲੇ ਹੈ, ਉਹ ਹੁਣ ਜੂਏ ਵਿੱਚ ਹਾਰ ਚੁੱਕੇ ਸੀ, ਉਹ ਵੀ ਬੈਠੇ ਰਹੇ। ਹੋਰ ਵੀ ਚਾਰ ਚੁਫੇਰੇ ਨਿਗਾਹ ਘੁਮਾਈ। ਫਿਰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਬਾਰ ਵਿੱਚ, ਅੱਖੀਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਕੱਪੜ ਕੋਟ ਉਸਾਰਿਨ ਥਕੇ, ਦੂਤਨਾ ਪਾਰ ਬਸੰਦੀ, ਨਾਥਾਂ ਨਾਥਾਂ ਬਾਣ ਧੁਰਾਂਦੀ। ਇਸ ਵਾਸਤੇ ਫਿਰ ਇੱਕ ਪਰਮੇਸ਼ਰੀ ਜਿਹੜਾ ਆਸਰਾ ਸੀ, ਉਸ ਬਿਪਤਾ ਦੇ ਸਮੇਂ ਉਹਦੀ ਸਹਾਇਤਾ ਹੋਈ, ਉਹਦਾ ਪਰਦਾ ਕਜਿਆ ਰਿਹਾ। ਇਸ ਤਰ੍ਹਾਂ ਦ੍ਰਿਸ਼ਟਾਂਤ ਤੋਂ ਹੁੰਦਾ ਹੈ। ਪਿਛਲੇ ਪ੍ਰਸੰਗ ਮੌਜੂਦਾ ਵਾਚੋ ਕਿ ਜਦੋਂ ਵੀ ਗੁਰਮੁਖ ਜਨਾਂ 'ਤੇ ਕੋਈ ਵਿਪਤਾ ਸੰਕਟ ਆਇਆ, ਧਿਆਨ ਤਾਂ ਸਾਰਿਆਂ ਦਾ ਹੀ ਕੀਤਾ ਵੀ ਸ਼ਾਇਦ ਇੱਧਰੋਂ ਆਸਰਾ ਮਿਲੇ। ਡੁੱਬਦੇ ਨੂੰ ਤੀਲੇ ਦਾ ਸਹਾਰਾ ਕਹਿ ਦਿੰਦੇ ਆ, ਪਰ ਬੇੜੀ ਬੇੜੇ ਬਿਨਾਂ ਤਾਂ ਗੱਲ ਬਣਦੀ ਨਹੀਂ। ਇਸ ਤਰ੍ਹਾਂ ਰਾਜਾ ਜ਼ਾਲਮ ਹੋ ਜਾਏ, ਸਹਾਰਾ ਤਾਂ ਉਹਦਾ ਵੀ ਭਾਲਦਾ ਹੈ, ਪਰ ਨਾ ਸਹਾਰਾ ਦੇਵੇ ਕੀ ਕੀਤਾ ਜਾਏ। ਇਹ ਦੇਵੀ ਦੇਵਤਿਆਂ ਦਾ ਵੀ ਸਹਾਰਾ ਭਾਲਦਾ ਹੈ। ਕਈ ਵਾਰੀ ਉੱਧਰੋਂ ਵੀ ਆਸ ਟੁੱਟ ਜਾਂਦੀ ਹੈ। ਕਈ ਵਾਰੀ ਹੋਰ ਆਪਣੇ ਸੰਬੰਧੀਆਂ ਦਾ ਆਸਰਾ ਭਾਲਦਾ ਹੈ, ਪਰ ਚੁੱਕਾ ਸਭ ਅਸਰਾਓ,
ਜਦੋਂ ਸਾਰੇ ਆਸਰੇ ਚੁੱਕ ਜਾਣ, ਫਿਰ ਪਰਮਾਤਮਾ ਦਾ ਆਸਰਾ ਵੱਡਾ ਹੈ। ਇਸ ਵਾਸਤੇ ਕਹਿੰਦੇ, ਇਹ ਪਿਆਰੇ, ਮੈਨੂੰ ਤੇਰੀ ਹੀ ਟੇਕ, ਤੇਰਾ ਆਸਰਾ, ਆਪ ਜੀ ਤੇ ਭਰੋਸਾ ਹੈ। ਰਾਖਣ ਕਉ ਏਕ, ਰੱਖਿਆ ਕਰਨ ਲਈ ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਜਾਮਾਂ ਦੀ ਮਾਰ ਤੋਂ ਰੱਖਿਆ ਕਰਨ ਲਈ। ਉੱਥੇ ਤਾਂ ਫਿਰ ਕੋਈ ਵੀ ਸਹਾਇਤਾ ਨਹੀਂ ਨਾ ਕਰਦਾ, ਇੱਥੇ ਤਾਂ ਚਲੋ ਥੋੜ੍ਹਾ ਬਹੁਤ ਕੋਈ ਨਾ ਕੋਈ ਕਰਦਾ ਹੀ ਹੈ। ਜਾਮਾਂ ਦੀ ਮਾਰ ਤੋਂ, ਨਰਕਾਂ ਦੇ ਦੁੱਖਾਂ ਤੋਂ ਰੱਖਣ ਵਾਲੇ ਆਪ ਇੱਕ ਹੀ ਹੋ, ਦੂਸਰਾ ਨਹੀਂ। ਉਹ ਨਿਰੰਕਾਰ ਪਰਮੇਸ਼ਰ ਹੀ ਹੈ। ਸਤਿਗੁਰ ਪੂਰਾ ਜੀਵ ਲੈ ਪਿਆਰੇ, ਵਿਸਰਾਮ ਦੇ ਕੇ ਟੇਕ ਦੀ ਪੰਗਤੀ ਦੁਆਰਾ ਕਿਰਪਾ ਕਰਦੇ ਹਨ ਕਿ ਜੇ ਉਹ ਪਿਆਰਾ ਪ੍ਰਭੂ ਮਿਲ ਜਾਏ, ਉਹਦਾ ਆਸਰਾ ਮਿਲ ਜਾਵੇ, ਸੋ ਜਨ ਹੋਤ ਨਿਹਾਲਾ। ਉਹ ਜਿਹੜਾ ਜਾਣੇ ਨਾ ਸੇਵਕ, ਉਹ ਨਿਹਾਲ ਹੋ ਜਾਂਦਾ। ਹਾਲ ਨਾਮ ਹੁੰਦਾ ਦੁੱਖ ਦਾ, ਨੀ ਵਿਸ਼ੇਸ਼ ਕਰਕੇ ਹਾਲ ਦੁੱਖ ਤੋਂ ਰਹਿਤ ਹੋ ਜਾਂਦਾ ਹੈ। ਕਿਉਂਕਿ ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਹੋਰ ਜਿੰਨੀਆਂ ਵੀ ਸਿਆਣਪਾਂ ਨਾ, ਉਹ ਸਾਰੀਆਂ ਹੀ ਵਿਅਰਥ ਚਲੇ ਜਾਂਦੀਆਂ ਹਨ। ਇਸ ਵਾਸਤੇ ਰੱਖਣ ਵਾਲਾ ਇੱਕੋ ਹੀ ਹੈ। ਪ੍ਰਹਲਾਦ ਦੇ ਪ੍ਰਸੰਗ 'ਚ ਵੀ ਆਉਂਦਾ ਹੈ, ਕਿਸੇ ਘੁਮਿਆਰ ਨੇ ਭਾਂਡੇ ਪਕਾਉਣੇ ਸੀ, ਅੱਗ ਦੇਣੀ ਸੀ। ਉਹ ਬਿੱਲੀ ਬਲੂੰਗੜੇ ਕਿਸੇ ਚਟੂਰੇ 'ਚ ਰੱਖ ਗਈ। ਆਮ ਲੋਕਾਂ ਦਾ ਖਿਆਲ ਆ ਕਿ ਬਿੱਲੀ 7-8 ਘਰਾਂ ਵਿੱਚ ਇਸ ਤਰ੍ਹਾਂ ਉਹ ਬਲੂੰਗੜਿਆਂ ਨੂੰ ਚੁੱਕ ਕੇ ਲੈ ਜਾਂਦੀ ਹੈ, ਜਾਂ ਉਹ ਯਕੀਨ ਨਹੀਂ ਕਰਦੀ ਵੀ ਇੱਥੇ ਮਾਰੇ ਜਾਣਗੇ, ਜਾਂ ਉਹਦੇ ਜਾਨਵਰ ਦੇ ਮਨ 'ਚ ਕਿਆ ਹੈ। ਚਟੂਰੇ ਵਿੱਚ ਰੱਖੇ ਹੋਏ ਸੀ। ਉਸ ਨੇ ਦੇਖ ਲਿਆ ਘੁਮਿਆਰ ਨੇ ਕਿ ਅੱਗ ਦੇਣ ਤੋਂ ਪਹਿਲਾਂ ਇਹਨਾਂ ਨੂੰ ਕੱਢ ਦਿਆਂਗਾ ਜਾਂ ਚਟੂਰਾ ਪਾਸੇ ਰੱਖ ਦਿਆਂਗਾ। ਜਦੋਂ ਅੱਗ ਦਿੱਤੀ ਗਈ ਫਿਰ ਚੇਤਾ ਆਇਆ, ਪਹਿਲੇ ਚੇਤਾ ਨਾ ਰਿਹਾ। ਫਿਰ ਉਹ ਅਰਦਾਸ ਕਰ ਰਿਹਾ ਕਿ ਮਹਾਰਾਜ, ਬੜਾ ਉਪਦਰਵ, ਬੜੀ ਗਲਤੀ ਹੋ ਗਈ, ਅਨਹੋਈ ਜੀਵ ਹਿੰਸਾ, ਕਿਰਪਾ ਕਰੋ, ਇਹਨਾਂ ਦੀ ਰਕਸ਼ਾ ਕਰੋ। ਅੱਗ ਬੜੀ ਤੇਜ਼ ਆ, ਕੱਢਣਾ ਬੜਾ ਮੁਸ਼ਕਿਲ ਹੈ। ਪ੍ਰਹਲਾਦ ਨੇ ਵੀ ਸੁਣਿਆ, ਕਹਿਣ ਲੱਗਾ, ਬਾਪੂ ਜੀ ਇਹ ਕਿਹਦੇ ਅੱਗੇ ਅਰਦਾਸ ਕਰਦੇ ਹੋ? ਕਹਿੰਦੇ, ਅਰਦਾਸ ਤਾਂ ਪਰਮਾਤਮਾ ਅੱਗੇ ਕਰਦਾ, ਪਰ ਉਹਦਾ ਨਾਮ ਪ੍ਰਗਟ ਨਾ ਕਰੀ, ਤੈਨੂੰ ਵੀ ਮੈਨੂੰ ਵੀ ਮਾਰ ਦੇਵੇਗਾ ਤੇਰਾ ਜੋ ਚਾਚਾ ਹੈ ਹਰਨਾਕਸ਼। ਕਹਿੰਦੇ, ਜਿਹਦੇ ਅੱਗੇ ਅਰਦਾਸ ਕਰਦਾ ਨਾ ਇਹ ਰੱਖਿਆ ਕਰ, ਤੈਨੂੰ ਉਹਦੇ 'ਤੇ ਭਰੋਸਾ ਨਹੀਂ, ਨਾ ਇਹ ਡਰ ਰਿਹਾ ਕਿ ਤੈਨੂੰ ਮਾਰ ਦੇਵੇਗਾ, ਨਾ ਇਹ ਅਰਦਾਸ ਕਰ ਰਿਹਾ, ਜਿਹਦੇ ਅੱਗੇ ਅਰਦਾਸ ਕਰ ਰਿਹਾ ਹੁਣ ਉਹਦੇ 'ਤੇ ਯਕੀਨ ਵੀ ਰੱਖ। ਖੈਰ ਉਹ ਵੀ ਕਾਇਮ ਹੋ ਗਿਆ। ਪ੍ਰਹਲਾਦ ਹੋਰ ਪੱਕਾ ਹੋ ਗਿਆ, ਦ੍ਰਿੜ ਹੋ ਗਿਆ। ਉਸ ਨੇ ਸਾਰੀ ਤਰ੍ਹਾਂ ਦੇ ਸਾਧਨ ਕੀਤੇ, ਜਲ ਅਗਨੀ ਵਿੱਚ ਘੱਤਿਆ, ਜਲਨ ਡੁੱਬਿਆ ਗੁਰ ਪ੍ਰਸਾਦ। ਵਿਸ਼ਵਾਸ ਪੱਕਾ ਹੋ ਗਿਆ। ਪਿਛਲੀ ਕਮਾਈ ਸੀ ਇਸ ਜਨਮ ਦਾ ਵੀ, ਅਤੇ ਮਹਾਰਾਜ ਦੀ ਕਿਰਪਾ ਵੀ ਹੁੰਦੀ ਹੈ, ਆਪਣੇ ਆਪ 'ਤੇ ਕੁਝ ਕਰ ਨਹੀਂ ਸਕਦਾ। ਇਸ ਵਾਸਤੇ ਕਹਿੰਦੇ, ਰਾਖਣ ਕੋ ਪ੍ਰਭ ਏਕ, ਰੱਖਿਆ ਕਰਨ ਵਾਲਾ ਪ੍ਰਭੂ ਇੱਕ। ਜਿਹੜੀਆਂ ਸਿਆਣਪਾਂ ਹਨ ਉਹਨਾਂ ਦੁਆਰਾ ਕਈ ਵਾਰੀ ਆਪਣੀ ਰਕਸ਼ਾ ਕਰਨ ਦੇ ਯਤਨ ਕਰਦਾ ਹੈ,
ਉਹ ਸਿਆਣਪਾਂ ਪੁਰਾਣਾ ਇਤਿਹਾਸ ਪੜ੍ਹੀਏ ਮੌਜੂਦਾ ਬੜੇ ਦ੍ਰਿਸ਼ਟਾਂਤ ਮਿਲਦੇ ਆ ਕਿ ਆਪਣੇ ਉਹਨੂੰ ਬਚਾਉਣ ਵਾਸਤੇ ਕਈਆਂ ਨੇ ਬੜੀਆਂ ਚਤਰਾਈਆਂ ਵਰਤੀਆਂ, ਲੇਕਿਨ ਉਹਨਾਂ ਦੀ ਜਿਹੜੀ ਸਿਆਣਪ ਸੀ ਉਹ ਫੇਲ ਹੋ ਗਈ। ਇਸ ਵਾਸਤੇ ਮਹਾਰਾਜ ਕਹਿੰਦੇ ਰੱਖਣ ਵਾਲਾ ਇੱਕੋ ਹੀ ਹੈ, ਰੱਖੇ ਰੱਖਣਹਾਰ ਆਪ ਵਾਰਿਨ। ਉਹ ਰੱਖਣ ਵਾਲਾ ਵਾਰਨ ਵਾਲਾ ਆਪ ਪਰਮੇਸ਼ਰ ਹੈ। ਹੁਣ ਜੰਗ ਯੁੱਧ ਹੁੰਦੇ ਆ, ਕਈ ਫੌਜੀ ਸਿੰਘ ਮਿਲਦੇ ਆ, ਵਰਲਡ ਵਾਰਾਂ 'ਚ ਵੀ ਗਏ ਆ, ਤੋਪਾਂ ਦੇ ਗੋਲੇ ਚੱਲਦੇ ਆ, ਕਈ ਮਾਰੇ ਗਏ, ਕਈਆਂ ਦੇ ਅੰਗ ਭੰਗ ਹੋ ਗਏ, ਕਈਆਂ ਦੇ ਕੋਈ ਝਰੀਟ ਵੀ ਨਹੀਂ ਆਈ, ਹੈਗੇ ਤਾਂ ਉਹ ਵੀ ਉਸੇ ਜੰਗ ਵਿੱਚ ਸੀ। ਪਰ ਉਹ ਪਰਮਾਤਮਾ ਦੀ ਕਲਾ ਵੀ ਐਸੀ ਹੈ। ਸੋ ਇਸ ਕਰਕੇ ਕਹਿੰਦੇ ਉਹ ਰੱਖਣ ਵਾਲਾ ਇੱਕ ਹੈ। ਹਾਂਜੀ, ਸਤਿਗੁਰ ਪੂਰਾ ਜੇ ਮਿਲੈ ਪਿਆਰੇ। ਜੇ ਪੂਰਾ ਸਤਿਗੁਰ ਮਿਲ ਜਾਏ, ਜ਼ਿੰਦਗੀ 'ਚ ਅਧੂਰੇ ਤਾਂ ਬਹੁਤ ਮਿਲਦੇ ਆ, ਉਹਨਾਂ ਨੂੰ ਬਹੁਤਾ ਖੋਜਣ ਦੀ, ਢੂੰਡਣ ਦੀ, ਲੱਭਣ ਦੀ ਲੋੜ ਵੀ ਨਹੀਂ, ਮਿਲ ਜਾਂਦੇ ਆ। ਪੂਰੇ ਗੁਰੂ ਵਾਸਤੇ ਤਾਂ ਬਹੁਤ ਕੁਝ ਕਰਨਾ ਪੈਂਦਾ, ਕਰਮ ਵੀ ਸਾਥ ਦੇਵੇ, ਸੰਗਤ ਵੀ ਕੋਈ ਚੰਗੀ ਮਿਲ ਜਾਏ, ਆਪਣੀ ਪਰਾਰਬਤ ਵੀ ਸਹਾਇਤਾ ਕਰੇ, ਫਿਰ ਪੂਰਾ ਗੁਰੂ ਮਿਲਦਾ। ਸ਼ਰਧਾ ਭਾਵਨਾ ਵੀ ਐਸੀ ਹੋਵੇ। ਜੇ ਤਾਂ ਹੁਣ ਸ਼੍ਰੀ ਮਰਦਾਨਾ ਜੀ, ਭਾਈ ਬਾਲਾ ਜੀ ਵਾਲੀ ਸ਼ਰਧਾ ਹੋਏਗੀ, ਇਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗਾ ਗੁਰੂ ਮਿਲ ਜਾਏਗਾ। ਅਤੇ ਜੇ ਸ਼ਰਧਾ ਐਸੀ ਵੈਸੀ ਹੈ, ਫਿਰ ਜਿਹੜਾ ਗੁਰੂ ਉਸਤਾਦ ਹੈ ਉਹ ਵੀ ਉਸੇ ਤਰ੍ਹਾਂ ਦਾ ਹੀ ਮਿਲਦਾ ਹੈ। ਫਿਰ ਗੁਰੂ ਪੂਰਾ ਮਿਲ ਵੀ ਜਾਏ, ਫਿਰ ਬਚਨ ਦੀ ਕਮਾਈ ਵੀ ਪੂਰੀ ਕਰਨੀ ਪੈਂਦੀ ਹੈ। ਨਹੀਂ ਤਾਂ ਜੇ ਬਚਨ ਦੀ ਕਮਾਈ ਨਾ ਕਰੀਏ, ਕਬੀਰ ਨੇ ਕਿਹਾ ਨਾ, ਕਬੀਰ ਪੂਰਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧਾ ਏਕ ਨਾ ਲਾਗੇ, ਜੋ ਬਾਂਸ ਵਜਾਈਏ ਫੂਕ। ਬਾਂਸ ਵਿੱਚ ਫੂਕ ਮਾਰੀਏ ਨਿਕਲ ਜਾਂਦੀ ਹੈ ਨਾ। ਇੱਕ ਕੰਨ ਨਾਲ ਗੱਲ ਸੁਣੀ, ਦੂਏ ਕੰਨ ਕੱਢ ਦਿੱਤੀ। ਗੁਰੂ ਦੇ ਬਚਨ 'ਤੇ ਭਰੋਸਾ ਨਹੀਂ, ਅਮਲ ਕੀਤਾ ਹੀ ਨਹੀਂ, ਫਿਰ ਤਾਂ ਸਹਾਇਤਾ ਹੋਣੀ ਨਹੀਂ। ਅਤੇ ਜੇ ਭਾਈ ਕਟਾਰੂ ਜੀ, ਭਾਈ ਤਰਲੋਕੇ ਵਾਲਾ ਵਿਸ਼ਵਾਸ ਹੋਏਗਾ, ਫਿਰ ਭਾਈ ਕਟਾਰੂ ਜੀ ਦੇ ਵੱਟੇ ਵੀ ਪੂਰੇ ਹੋ ਜਾਂਦੇ ਆ। ਭਾਈ ਤਰਲੋਕਾ ਜੀ ਦੀ ਕਿਰਪਾਨ ਜਿਹੜੀ ਹੈ ਉਹ ਵੀ ਲਿਸ਼ਕਦੀ ਨਜ਼ਰ ਆ ਜਾਂਦੀ ਹੈ। ਵਿਸ਼ਵਾਸ ਪੂਰੇ ਗੁਰੂ ਦੇ ਉੱਤੇ। ਭਾਈ ਜਮਾਲ ਪਤੰਗ ਦਾ ਪ੍ਰਸੰਗ ਹੈ। ਭਾਈ ਜਮਾਲ ਜੀ ਵੀ ਮੁਸਲਮਾਨਾਂ 'ਚ ਨੇਕ ਪੁਰਸ਼ ਸੀ। ਭਾਈ ਪਤੰਗ ਪੰਜਵੇਂ ਪਾਤਸ਼ਾਹ ਦੇ ਗੁਰਸਿੱਖ। ਹੁੰਡੀ ਬਣਾ ਕੇ ਰੱਖੀ। ਅੱਜ ਕੱਲ੍ਹ ਬੈਂਕਾਂ ਵਿੱਚ ਹੈ, ਕੋਈ ਡਰਾਫਟ ਚੈੱਕ ਚੁੱਕ ਜਿਹਾ ਕਰਦੇ ਆ, ਉਦੋਂ ਉਹਨੂੰ ਹੁੰਡੀ ਕਹਿ ਦਿੰਦੇ ਸੀ, ਸ਼ਾਹੂਕਾਰਾ ਹੁੰਦਾ ਸੀ। ਕਹਿਣ ਲੱਗੇ ਥੈਲੀ ਰੱਖ ਦਿਓ। ਥੈਲੀ ਦਾ ਪਰਚੀ ਲਿਖ ਕੇ ਪਾਈ ਰਜਿਸਟਰ 'ਤੇ। ਕੋਈ ਕਾਰੋਬਾਰ ਵੱਡਾ ਸੀ, ਯਾਦ ਭੁੱਲ ਗਿਆ। ਜਦੋਂ ਮੰਗਿਆ ਰਜਿਸਟਰ 'ਤੇ, ਦੇਖਿਆ ਨਾਂ ਦਰਜ ਨਹੀਂ। ਕਹਿੰਦੇ ਜਿੰਨੀ ਲੋੜ ਆ ਲੈ ਜਾਓ, ਪੜਤਾਲ ਕਰਾਂਗੇ, ਤੁਹਾਡੀ ਚੀਜ਼ ਤੁਹਾਨੂੰ ਮਿਲ ਜਾਏਗੀ। ਉਹਨਾਂ ਹਰਸ ਕੀਤਾ। ਉਹ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਨਹੀਂ ਰੱਖਿਆ, ਰੱਖਿਆ ਹੋਏਗਾ, ਲਿਖਣ ਵਿੱਚ ਭੁੱਲ ਹੋ ਸਕਦੀ ਹੈ। ਜਿੰਨੀ ਲੋੜ ਆ ਉਨੀ ਲੈ ਜਾਓ, ਵਰਤ ਲਓ, ਬਾਅਦ 'ਚ ਆਪਾਂ ਦੇਖ ਲਾਂਗੇ, ਕੋਈ ਗੱਲ ਨਹੀਂ। ਸੰਸਾਰ ਦੇ ਵਿਹਾਰ ਚੱਲਦੇ ਹੀ ਰਹਿੰਦੇ ਆ।
ਪਰ ਉਹ ਕਹਿੰਦਾ ਵੀ ਕਮਾਲ ਦੀ ਗੱਲ ਹੈ, ਮੈਂ ਦੇ ਕੇ ਗਿਆ, ਲਿਖਿਆ ਕਿਉਂ ਨਹੀਂ? ਇੱਕੋ ਹੀ ਅੜੀ ਫੜੀ। ਭਾਈ ਪਤੰਗ ਜੀ ਨੇ ਬਹੁਤ ਕਿਹਾ ਵੀ ਮੰਨਿਆ ਹੀ ਨਹੀਂ। ਉਹ ਕਾਜੀ ਕੁਜੀ ਨਿਆਂ ਕਰਦੇ ਹੁੰਦੇ ਸੀ। ਇਹਨਾਂ ਦੇ ਨਿਆਂ ਇਸ ਤਰ੍ਹਾਂ ਦੇ ਸੀ। ਲਾਲ ਕਿਤਾਬ ਆਖਿਆ ਇਉਂ, ਤੇਲੀ ਬਲਦ ਪੜ੍ਹਾਇਆ ਕਿਉਂ, ਖਾਲ ਖਲਾਏ ਕੀਆ ਮਸਟੰਡ, ਬੈਲ ਕਾ ਵੈਲ 30 ਰੁਪਏ ਦੰਡ। ਉਹ ਜਿਵੇਂ ਤੇਲੀ ਦੇ ਬਲਦ ਨੇ ਕਾਜੀ ਦੇ ਬੈਲ ਨੂੰ ਮਾਰਿਆ। ਤੇਲੀ ਆ ਗਿਆ, ਕਾਜੀ ਜੇ ਬੈਲ ਦੇ ਸਿੰਘ ਮਾਰੇ, ਇਹਦੀ ਕੀ ਸਜ਼ਾ? ਕਹਿੰਦੇ ਇਹਦੀ ਕਾਹਦੀ ਸਜ਼ਾ ਹੈ, ਪਸ਼ੂ ਕਿਹੜਾ ਸਿਖਾਇਆ ਹੁੰਦਾ। ਉਹ ਚਲੇ ਗਿਆ। ਜਦ ਨੂੰ ਕਾਜੀ ਦਾ ਮੁੰਡਾ ਆ ਗਿਆ, ਅੱਬਾ ਜਾਨ ਤੇਲੀ ਦੇ ਬਲਦ ਨੇ ਸਾਡੇ ਬਲਦ ਨੂੰ ਮਾਰਿਆ। ਕਹਿੰਦੇ ਅੱਛਾ ਬੁਲਾਓ ਫਿਰ। ਕਹਿੰਦੇ ਮੈਂ ਤਾਂ ਵੀ ਲਾਲ ਕਿਤਾਬ ਦੇਖੀ ਨਹੀਂ, ਨਿਆਂ ਸਹੀ ਨਹੀਂ ਹੋਇਆ। ਉਹ ਕਹਿੰਦਾ ਲਾਲ ਕਿਤਾਬ ਆਖੇ ਹੋ, ਲਾਲ ਕਿਤਾਬ ਕਾਨੂੰਨ ਦੀ ਇਹ ਕਹਿ ਰਹੀ ਹੈ ਤੇਲੀ ਬਲਦ ਪੜ੍ਹਾਇਆ ਕਿਉਂਕਿ ਤੇਲੀ ਨੇ ਬਲਦ ਨੂੰ ਪੜ੍ਹਾ ਕਿਉਂ ਦਿੱਤਾ? ਖਲ ਖਲਾਏ ਕੀਆ ਮਿਸਟੰਡ, ਖਲ ਖਲਾ ਕੇ ਇਹਨੂੰ ਮਿਸਟੰਡਾ ਬਣਾਤਾ। ਸਜ਼ਾ ਇਹ ਹੈ ਬੈਲ ਕਾ ਬੈਲ 30 ਰੁਪਏ ਦੰਡ, ਬੈਲ ਦੇ ਬਰਾਬਰ ਬੈਲ ਮਿਲੇ ਅਤੇ 30 ਰੁਪਏ ਦੰਡ। ਜਿਹੜਾ ਸਾਡੇ ਬੈਲ ਨੂੰ ਮਾਰਿਆ, ਤੂੰ ਖਲ ਖਲਾ ਕੇ ਇਹਨੂੰ ਮਿਸਟੰਡਾ ਕੀਤਾ ਤਾਂ ਹੀ ਮਾਰਿਆ ਨਾ। ਇਸ ਤਰ੍ਹਾਂ ਦੇ ਨਿਆਂ ਨੂੰ ਹੁੰਦੇ ਸੀਗੇ। ਅੱਜ ਕੱਲ੍ਹ ਵੀ ਤਾਂ ਇਸ ਤਰ੍ਹਾਂ ਦਾ ਹੀ ਹੈ। ਸੋ ਇਸ ਵਾਸਤੇ ਟਕੇ ਸਿਰ ਭਾਜੀ ਟਕੇ ਸਿਰ ਖਾਜਾ, ਜੈਸੀ ਪਰਜਾ ਤੈਸਾ ਰਾਜਾ। ਇਸ ਤਰ੍ਹਾਂ ਦਾ ਵਿਹਾਰ ਚੱਲ ਰਿਹਾ ਹੈ। ਕਲਯੁਗ ਦਾ ਵਰਤਾਰਾ ਐਸਾ ਹੈ। ਇਸ ਕਰਕੇ ਫਿਰ ਹੁਣ ਜਦੋਂ ਫੈਸਲਾ ਗਿਆ, ਉਹ ਕਹਿੰਦੇ ਬੰਦੇ ਤਾਂ ਵੈਸੇ ਦੋਨੋਂ ਹੀ ਸੱਚੇ ਆ, ਕਿਵੇਂ ਨਿਤਾਰਾ ਕੀਤਾ ਜਾਏ? ਕਹਿੰਦੇ ਤੇਲ ਦਾ ਕੜਾਹਾ ਤਪਾਇਆ ਜਾਏ, ਦੋਵਾਂ ਦੇ ਗੁੱਟ ਪਵਾਏ ਜਾਣ। ਸੱਚਾ ਉਹ ਸੜਨੋਂ ਬਚ ਜਾਊ, ਝੂਠਾ ਉਹ ਸੜ ਜਾਊ। ਹੁਣ ਲੱਗੇ ਗੁਰੂਆਂ ਪੀਰਾਂ ਨੂੰ ਆਰਾਧਨ। ਇਹਨ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਦਾ ਰਿਹਾ, ਮਹਾਰਾਜ ਮੈਂ ਤੁਹਾਨੂੰ ਬਥੇਰਾ ਕਿਹਾ, ਸਮਝਾਇਆ, ਅਤੇ ਮੈਂ ਲਿਖਣ ਤੋਂ ਭੁੱਲ ਗਿਆ ਹੋਵਾਂਗਾ। ਤੇਰੀ ਇਮਾਨਤ ਹੋਏਗੀ, ਤੈਨੂੰ ਜਿੰਨੀ ਲੋੜ ਵੱਧ ਲੈ ਲਾ, ਵਰਤ ਲੈ, ਪੜਤਾਲ ਕਰਾਂਗੇ, ਤੇਰੀ ਚੀਜ਼ ਤੈਨੂੰ ਮਿਲ ਜਾਏਗੀ। ਫਿਰ ਵੀ ਨਹੀਂ ਮੰਨਿਆ। ਹੁਣ ਤੇਰਾ ਨਾਮ ਧਰੀਕ ਸਿੱਖਿਆ, ਮੇਰੀ ਲਾਜ ਰੱਖੋ। ਕੱਲ੍ਹ ਨੂੰ ਤੇਲ ਦੇ ਕੜਾਹੇ ਵਿੱਚ ਹੱਥ ਪਾਏ ਜਾਣੇ, ਉਬਲਦੇ ਤੇਲ 'ਚ। ਤੇਰੇ ਨਾਂ ਨੂੰ ਇਲਾਜ ਹੋਏਗੀ। ਕਿ ਗੁਰੂ ਦੇ ਸਿੱਖ ਇਹੋ ਜਿਹਾ ਕੰਮ ਕਰਦੇ ਹਨ। ਇੱਧਰ ਇਹ ਵੀ ਲੱਗਾ, ਕਦੀ ਮੁਹੰਮਦ ਸਾਹਿਬ, ਕਦੀ ਹਜ਼ਰਤ ਅਲੀ, ਕਦੀ ਬੀਬੀ ਫਾਤਮਾ, ਕਦੀ ਦਾਊਦ, ਕਦੀ ਈਸਾ ਮੂਸਾ ਲੁਕਮਾਨ। ਇੱਕ ਤਾਂ ਮਨ ਨਹੀਂ ਟਿਕਿਆ। ਜਿਹੜੇ ਹੱਥ ਪਵਾਏ, ਪਤੰਗ ਜੀ ਦਾ ਹੱਥ ਸੇਫ ਰਿਹਾ, ਉਹਦਾ ਸੜਿਆ। ਬੜਾ ਹੈਰਾਨ ਪਿਆ, ਮੈਂ ਵੀ ਸੱਚਾ ਸੀ, ਮੇਰਾ ਵੀ ਨਾ ਸੜਦਾ। ਹੁਣ ਪੜਤਾਲ ਕੀਤੀ, ਥੈਲੀ ਮਿਲੀ, ਕਹਿੰਦੇ ਲੈ ਲਾ। ਕਹਿੰਦੇ ਹੁਣ ਕੀ ਦੁਨੀਆ ਦੀ ਅਦਾਲਤ ਵਿੱਚ ਝੂਠਾ ਹੋ ਗਿਆ? ਕਿ ਤੇਰਾ ਗੁਰੂ ਕੌਣ ਹੈ? ਕਹਿੰਦੇ ਮੇਰੇ ਗੁਰੂ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਫਿਰ ਮਹਾਰਾਜ ਚਰਨਾਂ 'ਚ ਆਇਆ, ਕਹਿੰਦੇ ਮਹਾਰਾਜ ਮੈਂ ਵੀ ਸੱਚਾ ਸੀ। ਕਹਿੰਦੇ ਹੈ ਤਾਂ ਅਸੀਂ ਤੈਨੂੰ ਗੁਰਸਿੱਖ ਨੇ ਕਿੰਨਾ ਸਮਝਾਇਆ, ਤੂੰ ਫੇਰ ਜਾ ਕੇ ਸ਼ਿਕਾਇਤ ਕਰਤੀ। ਉਹ ਸੱਚੀ ਨਹੀਂ ਸੀ ਨਾ। ਜਾਂ ਤਾਂ ਤੈਨੂੰ ਉਹ ਨਾ ਕਰਦਾ, ਹੁਣ ਤਾਂ ਕਿ ਤੂੰ ਪੈਸੇ ਵਰਤ ਲਾ, ਖਜ਼ਾਨੇ ਦੀ ਪੜਤਾਲ ਕਰਦੇ, ਤੇਰੀ ਚੀਜ਼ ਤੈਨੂੰ ਵਸ਼ ਮਿਲੇਗੀ। ਤੂੰ ਫੇਰ ਵੀ ਹਟਿਆ ਨਹੀਂ। ਦੂਜਾ ਤੇਰਾ ਇਸ਼ਟ ਦੇ ਉੱਤੇ ਭਰੋਸਾ ਨਹੀਂ ਵਧਿਆ। ਅਤੇ ਸਾਡੇ ਸਿੱਖ ਨੇ ਆਪਣਾ ਮਨ ਦ੍ਰਿੜ ਰੱਖਿਆ। ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਅੱਜ ਵੀ ਬਹੁਤਿਆਂ ਦਾ ਇਸ ਤਰ੍ਹਾਂ ਹੀ ਆ ਨਾ, ਬਸ ਇਉਂ ਦੌੜੇ ਫਿਰਦੇ ਆ, ਕਿਤੇ ਵਿਸ਼ਵਾਸ ਨਹੀਂ ਹੈ। ਪਰ ਜਿਨ੍ਹਾਂ ਦਾ ਦ੍ਰਿੜ ਪੱਕਾ ਵਿਸ਼ਵਾਸ ਹੈ, ਫਿਰ ਮਹਾਰਾਜ ਉਹਨੂੰ ਭਾਗ ਵੀ ਲਾ ਦਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੂਰਾ ਜੇ ਮਿਲੇ ਪਿਆਰੇ। ਹੇ ਪਿਆਰੇ, ਜੇ ਪੂਰੇ ਸਤਿਗੁਰੂ ਜੀ ਮਿਲ ਜਾਣ, ਸੋ ਜਨ ਹੋਵਤ ਨਿਹਾਲਾ,
ਉਹ ਜਨ ਨਿਹਾਲਾ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਗੁਰ ਕੀ ਸੇਵਾ ਸੋ ਕਰੇ ਪਿਆਰੇ। ਇਹ ਪਿਆਰੇ ਸਤਿਗੁਰਾਂ ਦੀ ਸੇਵਾ ਹਾਂਜੀ ਉਹ ਕਰਦਾ ਜੀ ਤੇ ਮਹਾਰਾਜ ਕਿਰਪਾ ਕਰਦੇ ਆ। ਹੁਣ ਦੁਨੀਆ ਆਪਣੇ ਸਵਾਰਥ ਵਾਸਤੇ ਤਾਂ ਹੰਨੇ ਦੀ ਸੇਵਾ ਕਰਦੇ ਆ। ਇੱਕ ਦੂਜੇ ਦੇ ਅਧੀਨ ਹੋ ਕੇ ਕਿਵੇਂ ਚੱਲਦੇ, ਚਾਪਲੂਸੀ ਕਰਦੇ ਆ। ਤੇ ਲੇਕਿਨ ਜਿਹੜੀ ਗੁਰੂ ਦੀ ਸੇਵਾ ਇਹ ਭਾਗਾਂ ਨਾਲ ਹੁੰਦੀ ਹੈ। ਨੌਕਰ ਚਾਕਰ ਆ ਜਿਹੜੇ ਆਪਣੇ ਮਾਲਕ ਦੀ ਸੇਵਾ ਕਰਦੇ ਹੀ ਆ। 12-14 ਘੰਟੇ ਕਿਵੇਂ ਪੁੱਠਾ ਲਟਕ ਵੀ ਦਿਹਾੜੀ ਵਾਸਤੇ ਕੰਮ ਕਰਦੇ ਆ। ਮੌਤ ਦੇ ਮੂੰਹ ਵਿੱਚ ਵੀ ਜਾਂਦੇ ਆ। ਪੇਟ ਵਾਸਤੇ ਝਿੜਕਾਂ ਵੀ ਬਰਦਾਸ਼ਤ ਕਰਦੇ, ਬੇਇੱਜ਼ਤੀ ਵੀ ਕਰਾਉਂਦੇ ਆ, ਦੇਸਾਂ ਪ੍ਰਦੇਸਾਂ ਧੱਕੇ ਖਾਂਦੇ ਆ। ਪਰ ਗੁਰੂ ਦੀ ਸੇਵਾ ਬੜੀ ਔਖੀ ਹੈ। ਪਰ ਜੇ ਕੀਤੀ ਜਾਏ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਜੇ ਕਰ ਲਵੇ ਇਹ ਸੇਵਾ ਲੋਕ ਪਰਲੋਕ ਸਵਾਰ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰ ਕੀ ਸੇਵਾ ਸੋ ਕਰੇ ਪਿਆਰੇ। ਗੁਰੂ ਦੀ ਸੇਵਾ ਉਹੀ ਕਰਦੇ ਆ। ਹੁਣ ਬਾਬਾ ਮੰਝ ਸਾਹਿਬ 84 ਪਿੰਡਾਂ ਦੇ ਚੌਧਰੀ ਸੀ। ਉਹਦੀ ਸੇਵਾ 'ਚ ਤਾਂ ਬਹੁਤ ਨੌਕਰ ਚਾਕਰ ਖਲੋਂਦੇ ਹੋਣਗੇ। 84 ਪਿੰਡ ਕਿਹੜੇ ਥੋੜ੍ਹੇ ਹੁੰਦੇ ਆ। ਬੇਅੰਤ ਨੌਕਰ ਚਾਕਰ ਹੋਣਗੇ। ਪਰ ਮਨ ਸ਼ਾਂਤ ਨਹੀਂ ਸੀ। ਇਹ ਲਾਲਾਂ ਵਾਲੇ ਦੀ ਵੀ ਪੂਜਾ ਕਰਦਾ ਸੀ। ਉੱਥੋਂ ਵੀ ਕੁਝ ਨਹੀਂ ਲਜਾਇਆ, ਮਨ ਨੂੰ ਸ਼ਾਂਤੀ ਨਹੀਂ ਮਿਲੀ। ਫਿਰ ਧੰਨ ਗੁਰੂ ਅਰਜਨ ਸਾਹਿਬ ਪੂਰੇ ਗੁਰੂ ਮਿਲ ਗਏ। ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਮਹਾਰਾਜ ਨੇ ਫਿਰ ਕਸਵੱਟੀਆਂ ਬਹੁਤ ਲਾਈਆਂ। ਜਿਲੇ ਸੇਵਾ 'ਚ ਆਏ ਲੰਗਰ ਕਿੱਥੋਂ ਛਕਦਾ ਕਿ ਲੰਗਰ 'ਚੋਂ। ਕਹਿੰਦੇ ਫਿਰ ਤਾਂ ਤੂੰ ਦਿਹਾੜੀ ਲੈ ਲੈਣਾ। ਉਹ ਵੀ ਬੰਦ ਕਰਤਾ। ਫਿਰ ਭਾਂਡਿਆਂ ਦਾ ਧੂਣ ਪੀ ਲੈਣਾ। ਕਹਿੰਦੇ ਇਹ ਵੀ ਤਾਂ ਗੁਰੂ ਘਰ ਦਾ ਹੀ ਹੈ ਨਾ। ਉਹ ਵੀ ਬੰਦ ਕਰਤਾ। ਫਿਰ ਲੱਕੜਾਂ ਦਾ ਭਾਰ ਲਿਆਉਣਾ, ਇੱਕ ਵੇਚ ਕੇ ਆਪਣਾ ਗੁਜ਼ਾਰਾ, ਦੂਏ ਗੁਰੂ ਕੇ ਲੰਗਰ 'ਚ। ਫਿਰ ਉਹ ਅੰਮ੍ਰਿਤਸਰ ਸਾਹਿਬ ਦੇ ਨੇੜੇ ਖੂਹ ਹੈ, ਬੋੜਾ ਸੀ ਖੂਹ। ਕੋਈ ਹਨੇਰੀ ਨੂਰੀ ਜਿਹੀ ਆ ਗਈ, ਰਸਤਾ ਨਜ਼ਰ ਨਾ ਆਇਆ ਅਤੇ ਵਿੱਚ ਡਿੱਗ ਪਿਆ। ਉਹ ਭਾਰ ਉਵੇਂ ਹੀ ਅਤੇ ਮਹਾਰਾਜ ਦੇ ਗੈਰ ਹਾਜ਼ਰੀ ਨੂੰ ਲੱਗ ਜਾਏ। ਹੁਣ ਉੱਧਰ ਪੂਰੇ ਗੁਰੂ ਦਾ ਦੇਖ ਲਓ, ਉਹ ਵੀ ਜਾਣੇ ਜਾਣ, ਉਹਨਾਂ ਨੂੰ ਸਭ ਕੁਛ ਨਜ਼ਰ ਆਉਂਦਾ। ਪੀੜ੍ਹੀ ਰੱਸੇ ਲੈ ਕੇ ਸੇਵਾਦਾਰ ਚਲੇ ਗਏ। ਰੱਸਿਆਂ ਨਾਲ ਪੀੜ੍ਹੀ ਬਣ ਕੇ ਬਹਾਈ। ਭਾਈ ਸਾਹਿਬ ਇੱਥੇ ਬੈਠੋ, ਬਾਹਰ ਆਓ, ਬਾਲਣ ਸੁੱਟ ਦਿਓ। ਨਹੀਂ ਮਹਾਰਾਜ ਪਹਿਲਾਂ ਬਾਲਣ ਕੱਢੋ, ਮੇਰੀ ਹਾਜ਼ਰੀ ਲੱਗ ਜਾਏ। ਫਿਰ ਬਾਹਰ ਕੱਢਿਆ। ਕਹਿੰਦੇ ਵਰ ਮੰਗ ਲਓ। ਕਹਿੰਦੇ ਮਹਾਰਾਜ ਮੇਰੇ 'ਤੇ ਜਿੰਨੀਆਂ ਕਸਵੱਟੀਆਂ ਲਾਈਆਂ ਨਾ, ਇਹ ਕਲਯੁਗੀ ਸਿੱਖਾਂ ਤੋਂ ਇੰਨਾ ਨਹੀਂ ਝੱਲਿਆ ਜਾਣਾ। ਇੰਨੀ ਕਿਰਪਾ ਕਰ ਦਿਓ ਇਹਨਾਂ ਨੂੰ, ਲੰਗਰ ਪਾਣੀ, ਸਾਬਣ ਤੇ ਲੀੜਾ ਲੱਤਾ ਮਾਫ ਕਰ ਦਿਓ। ਕਹਿੰਦੇ ਮੰਝ ਫਿਰ ਕਸਵੱਟੀ ਤੋਂ ਬਿਨਾਂ ਗੱਲ ਬਣਦੀ ਨਹੀਂ ਨਾ। ਸੋਨਾ ਪਹਿਲਾਂ ਕੋਠਾਲੀ 'ਚ ਪਾ ਕੇ ਗਾਲਿਆ ਜਾਂਦਾ, ਸ਼ੁੱਧ ਕੀਤਾ ਜਾਂਦਾ, ਫਿਰ ਬੁਝਾਇਆ ਜਾਂਦਾ 12 ਬੰਨੀ ਦਾ, ਫਿਰ ਕੁੱਟਿਆ ਜਾਂਦਾ, ਫਿਰ ਕੱਟਿਆ ਜਾਂਦਾ, ਫਿਰ ਡਾਈ 'ਚ ਢਾਲ ਕੇ ਪਾ ਕੇ ਉਸ ਤਰ੍ਹਾਂ ਦਾ ਗਹਿਣਾ, ਫਿਰ ਕੀਮਤ ਬਣਦੀ ਹੈ। ਇਹ ਤਾਂ ਕਸਵੱਟੀ ਦੇ ਨਾਲ ਹੀ ਸਿੱਖੀ ਮਿਲਦੀ ਹੈ। ਬਾਬਾ ਮੰਝ ਗੱਲਾਂ ਨਾ ਨਹੀਂ, ਆਪਣੇ ਲਈ ਨਹੀਂ ਮੰਗਿਆ, ਗੁਰਸਿੱਖਾਂ ਵਾਸਤੇ ਇਹ ਛੋਟ ਕਰਾਈ। ਅਤੇ ਮਹਾਰਾਜ ਕਹਿਣ ਲੱਗੇ ਫਿਰ ਭਾਈ ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਹਨਾਂ ਨੂੰ ਫਿਰ ਹੈ ਤਾਂ ਇਹ ਇਸ ਮਲਸੀਆਂ ਤੋਂ ਫਲੋਰ ਵੱਲ ਨੂੰ, ਫਗਵਾੜੇ ਵੱਲ ਨੂੰ ਚਲੇ ਜਾਓ।
ਇਹ ਇਲਾਕਾ ਮੰਝਕੀ ਵੱਜਦਾ ਹੈ। ਨਾ ਤਾਂ ਇਹਨਾਂ ਦਾ ਤੀਰਥਾ ਸੀ। ਇਹ ਮੰਝ ਜਿਹੜਾ ਇਹਨਾਂ ਰਾਜਪੂਤਾਂ ਦਾ ਗੋਤ ਹੈ, ਉਹ ਮੰਝ ਤੋਂ ਇਲਾਕੇ ਦਾ ਨਾਂ ਮੰਝਕੀ ਪਿਆ ਹੋਇਆ। ਅੱਜ ਵੀ ਜੰਡਿਆਲਾ ਮੰਝਕੀ ਕਹਿ ਦਿੰਦੇ ਆ। ਇਹਨਾਂ ਨੂੰ ਫਿਰ ਜਿਹੜੀ ਸੇਵਾ ਸੀ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਮਿਲੀ। ਜਿਵੇਂ ਬਾਬਾ ਸੰਗ ਢੇਸੀਆਂ ਜੋਧਾ ਨਾ, ਇਹਨਾਂ ਦੀ ਸੇਵਾ ਇੱਧਰ ਕੰਗਮਾਈ ਪਿੰਡ ਆ, ਉੱਥੇ ਲਾ ਦਿੱਤੀ। ਉੱਥੇ ਫਿਰ ਮਹਾਰਾਜ ਆਪ ਗਏ ਆ, ਆਪਣੇ ਦਸਤਾਵਰ ਹਸਤ ਕਮਲਾਂ ਨਾਲ ਲੋਹ ਗੱਡੀ, ਲੰਗਰ ਚਲਾਓ, ਦੇਖ ਸਿੱਖੀ ਵਧਾਓ, ਨਾਮ ਜਪਾਓ। ਉਹ ਲੋਹ ਹੁਣ ਤਾਂ ਬੜੀ ਪੁਰਾਣੀ ਹੋਈ ਹੈ, ਕਿੰਨਾ ਬਾਲਣ ਵਾਲੋ ਸੁਆਹ ਨਹੀਂ ਬਾਣੀ, ਥੱਲਿਓਂ ਕਾਲੀ ਨਹੀਂ ਹੋਣੀ। ਅਤੇ ਬੜੇ ਕੌਤਕ ਜਦੋਂ ਉੱਥੇ ਆਏ, ਉਹ ਆਮ ਸੀਰੋਵਾਲ ਦਾ ਇਲਾਕਾ, ਨਦੀਆਂ ਨੁਦੀਆਂ, ਆਮ ਜੰਗਲ ਹੈ। ਉਹ ਖੂਹੀ ਪੱਟੀਏ, ਪਾਣੀ ਛੇਤੀ ਆ ਜਾਂਦਾ ਸੀ। ਹੁਣ ਤਾਂ ਕੁਝ ਫਰਕ ਹੈ। ਉਹ ਜਿਹੜਾ ਭੁੰਗੇ ਦਾ ਰਾਣਾ ਸੀ, ਉਹਦੇ ਮੁੰਡੇ ਨੇ ਉਹ ਖੂਹੀ ਪੂਰ ਦੇਣੀ। ਉਹ ਬਚਨ ਨਿਕਲਿਆ, ਪਤਾ ਨਹੀਂ ਕਿਹੜਾ ਮਰ ਜਾਣਾ, ਖੂਹੀ ਪੂਰ ਜਾਂਦਾ। ਉਹ ਮਰ ਗਿਆ। ਰਾਣੇ ਨੂੰ ਪਤਾ ਲੱਗਿਆ ਵੀ ਗੱਲ ਕੀ, ਕਹਿੰਦੇ ਉਹ ਮਹਾਂਪੁਰਖਾਂ ਦਾ ਬਚਨ ਹੋ ਗਿਆ। ਉਹ ਮੰਜੇ 'ਤੇ ਪਾ ਕੇ ਲੈ, ਮਹਾਰਾਜ ਕਿਰਪਾ ਕਰੋ, ਇਕਲੌਤਾ ਹੀ ਬੇਟਾ ਸੀ, ਗਾਂ ਵਾਰਸ ਕੋਈ ਨਹੀਂ, ਮਾਫ ਕਰ ਦਿਓ। ਇਹ ਬੇਸਮਝ ਸੀ, ਸੋਝੀ ਨਹੀਂ ਸੀ। ਫਿਰ ਦਿਆਲੂ ਹੁੰਦੇ ਆ, ਕਹਿੰਦੇ ਖੂਹੀ ਪੂਰਨ ਤੋਂ ਮਰਿਆ, ਖੂਹੀ ਪੁੱਟ ਦਿਓ, ਜਿੰਦਾ ਹੋ ਜਾਏਗਾ। ਉਹ ਫਿਰ ਰਾਣੇ ਨੇ ਖੂਹੀ ਬਣਾ ਦਿੱਤੀ। ਉਹ ਖੂਹ ਹਾਲੇ ਹੈ ਪੁਰਾਣਾ। ਸੋ ਫਿਰ ਉਹ ਜਿੰਦਾ ਹੋ ਗਿਆ ਕਿ ਗਾਂ ਇਸ ਤਰ੍ਹਾਂ ਸਾਧੂ ਸੰਤ ਦੇ ਕੰਮ 'ਚ ਦਖਲ ਨਹੀਂ ਦੇਈਦਾ ਹੁੰਦਾ, ਬੰਦਗੀ ਵਾਲੇ ਜਿਹੜੇ ਸਤਿਕਾਰ ਕਰੀਦਾ ਹੁੰਦਾ। ਅਤੇ ਉੱਥੇ ਉਹ ਰਹੇ ਆ। ਇੱਕ ਦਿਨ ਆਏ, ਦਰਵਾਜ਼ਾ ਬੰਦ ਸੀ, ਅਤੇ ਡੋਰ ਖੜਕਾਈ। ਕਹਿਣ ਲੱਗੇ ਜੀ ਦੇਵੀਆਂ ਇਸ਼ਨਾਨ ਕਰਦੀਆਂ। ਕਹਿੰਦੇ ਚੰਗਾ, ਇੱਥੇ ਕੁੜੀਆਂ ਚਿੜੀਆਂ ਦਾ ਹੀ ਪਹਿਰਾ ਰਹੇਗਾ। ਉੱਥੇ ਕੋਈ ਚਿੜੀਆਂ ਆਈਆਂ, ਉਹ ਆਲਣੇ ਪਾਉਂਦੀਆਂ ਰਹਿੰਦੀਆਂ, ਜੋ ਮਰਜ਼ੀ ਕਰ ਲਓ। ਅਤੇ ਉਹ ਸੇਵਾ ਵਿੱਚ ਤਕਰੀਬਨ ਮਾਤਾ ਸ੍ਰੀ ਰਹੇ ਆਉਂਦੇ ਆ। ਪਹਿਲਾਂ ਮਾਤਾ ਬਸੰਤ ਕੌਰ ਜੀ ਰਹੇ ਆ, ਉਹਨਾਂ ਦਾ ਰੱਥ ਵੀ ਉੱਥੇ ਖੜ੍ਹਾ ਹੈ ਪੁਰਾਣਾ ਜਿਹਾ। ਉਹ ਬਚਨ ਜਿਹੜੇ ਇੱਥੇ ਰਹੇ, ਇੱਥੇ ਸਮਾਏ। ਪਹਿਲਾਂ ਉਹਨਾਂ ਦੀ ਸਮਾਧ ਹੁੰਦੀ ਸੀ। ਹੁਣ ਤਾਂ ਬੜਾ ਸੁੰਦਰ ਗੁਰਦੁਆਰਾ। ਇਹਦਾ ਜਦੋਂ ਨੀਂਹ ਪੱਥਰ ਰੱਖਿਆ, ਅਤੇ ਪੰਜਾਂ ਪਿਆਰਿਆਂ 'ਚ ਦਾਸ ਨੂੰ ਵੀ ਸੇਵਾ ਦਾ ਮੌਕਾ ਸੰਗਤ ਨੇ ਦਿੱਤਾ ਸੀ। ਕਹਿਣ ਤੋਂ ਭਾਵ ਘਾਲ ਘਾਲ ਕੇ ਪੂਰਾ ਗੁਰੂ। ਹੁਣ ਪਹਿਲਾਂ ਲਾਲਾਂ ਵਾਲੇ ਦਾ ਵੀ ਕਰਦਾ ਰਿਹਾ, ਜਿਹਨੂੰ ਨਗਾਹੇ ਦਾ ਕਹਿੰਦੇ ਆ। ਇਸ ਇਲਾਕੇ ਤਾਂ ਬਹੁਤ ਲੋਕ ਮੰਨਦੇ ਆ ਕਿ ਇਹ ਲਾਲਾਂ ਵਾਲਾ ਪੀਰ ਆ, ਕੜਾਹਾ ਭਰਿਆ ਤੇਲ ਦਾ, ਮੇਰਾ ਪੀਰ ਪੀਰਾਂ ਵਿੱਚ ਖੇਲਦਾ। ਉਹ ਭਰਾਈ ਜਿਹਾ ਢੋਲ ਕੁੱਟਦਾ, ਰੋਟ ਬਣਾਉਂਦੇ ਆ, ਫਿਰ ਉਹਦਾ ਜੂਠਾ ਜਾਠਾ ਖਾਂਦੇ ਆ। ਸੰਗਲਾਂ ਨਾਲ ਦੇਹ ਬੜੀ ਕੁੱਟਦੇ ਆ, ਸਖੀ ਸਰਵਰ ਵੀ ਕਹਿ ਦਿੰਦੇ ਆ। ਕਈ ਥਾਂ ਉਹਦੇ ਮੱਟ ਮੁੱਟ ਬਣੇ ਹੋਏ ਆ। ਇਸ ਵਾਸਤੇ ਪਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੰਗਤ ਹੋ ਗਈ, ਅਤੇ ਕਿੱਡੇ ਕਿੱਡੇ ਵਰਦਾਨ ਬਖਸ਼ਿਸ਼ਾਂ ਮਿਲ ਗਈਆਂ ਮਹਾਰਾਜ ਦੀਆਂ। ਸਤਿਗੁਰ ਪੂਰਾ ਜੇ ਮਿਲੈ, ਮਿਲੈ ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਉਹ ਨਿਹਾਲ ਹੋ ਜਾਂਦਾ ਹੈ। ਹਾਂਜੀ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਸਤਿਗੁਰਾਂ ਦੀ ਸੇਵਾ ਉਹ ਪੁਰਸ਼ ਪਿਆਰੇ ਕਰ ਸਕਦਾ ਹੈ ਜਿਸ ਲੋ ਹੋਏ ਦਇਆਲਾ, ਜਿਹਦੇ 'ਤੇ ਮਹਾਰਾਜ ਆਪਣੀ ਦਇਆ ਕਰ ਦੇਣ। ਕਿਉਂ ਸੇਵਾ ਔਖੀ ਬੜੀ ਹੈ ਨਾ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ, ਕਰੜੀ ਵੀ ਬਹੁਤ ਹੈ,
ਸੁਖ ਸਾਰ, ਸਾਰ ਸ੍ਰੇਸ਼ਟ ਸੁਖ ਦੇਣ ਵਾਲੀ ਹੈ ਇਹ। ਸੇਵਾ ਕਰਨੀ ਕੋਈ ਸੌਖੀ ਨਹੀਂ, ਆਪਣਾ ਆਪ ਗਵਾਉਣਾ ਪੈਂਦਾ। ਆਪ ਗਵਾਈਏ ਤਾਂ ਸ਼ੋ ਪਾਈਏ, ਅਵਰ ਕੈਸੀ ਚਤਰਾਈ। ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਸਾਡੇ ਡੇਰੇ ਸੰਤ ਗੁਰਬਖਸ਼ ਸਿੰਘ ਲਾਂਗਰੀ ਹੁੰਦੇ ਸੀ। ਲੰਗਰ ਦੀ ਸੇਵਾ, ਉਹਨਾਂ ਦੇ ਬਜ਼ੁਰਗ ਚਮਕੌਰ ਦੇ ਜੰਗ 'ਚ ਵੀ ਸ਼ਹੀਦ ਹੋਏ ਸੀ। ਆਹ ਸਿਆਲ ਨੂੰ ਕਈ ਵਾਰੀ ਨਹਿ ਉਖੜ ਜਾਣੇ, ਪੈਰਾਂ ਦੇ ਹੱਥਾਂ ਦੇ ਪਾਣੀ ਨਾਲ ਭਿੱਜ ਭਿੱਜ ਪੈਰ ਗਲ ਜਾਣੇ, ਪੱਟੀਆਂ ਲਪੇਟ ਲਪੇਟ ਕੇ ਫੇਰ ਸੇਵਾ, ਬਿਆਈਆਂ ਪਾਟ ਜਾਣੀਆਂ ਠੰਡ ਨਾਲ, ਲੰਗਰਾਂ ਦੀ ਸੇਵਾ। ਸੋ ਇਸ ਤਰ੍ਹਾਂ ਘਾਲਣਾ ਘਾਲਦੇ ਆ। ਇੱਕ ਵਾਰੀ ਕੋਈ ਪੁਰਸ਼ ਆਇਆ, ਹੈ ਤਾਂ ਧਾਰਮਿਕ ਹੀ ਸੀ, ਕਹਿਣ ਲੱਗਾ, ਬਾਬਾ ਜੀ ਸਾਨੂੰ ਵੀ ਕੋਈ ਆਪਣੇ ਵਰਗਾ ਸੇਵਾਦਾਰ ਦੇ ਦਿਓ। ਉਹ ਕਹਿਣ ਲੱਗੇ, ਅਮੀਰਾਂ ਦੇ ਨੌਕਰ ਹੁੰਦੇ ਆ ਸੇਵਾਦਾਰ, ਬਾਬਾ ਜਵਾਲਾ ਸਿੰਘ ਵਰਗੇ ਸੰਤਾਂ ਨੂੰ ਵੀ ਮਿਲਦੇ ਹੁੰਦੇ ਆ। ਜਿਹੜੇ ਸੇਵਾਦਾਰ ਹੁੰਦੇ ਨਾ, ਉਹ ਕਮਾਈ ਵਾਲੇ ਪੁਰਸ਼ਾਂ ਨੂੰ ਮਿਲਦੇ ਹੁੰਦੇ ਆ। ਅਮੀਰਾਂ ਦੇ ਨੌਕਰ ਹੁੰਦੇ, ਤਨਖਾਹੀਏ ਬੰਦੇ। ਠੁੱਠ ਹੋ ਗਿਆ। ਸੋ ਇਸ ਵਾਸਤੇ ਸੇਵਾ ਜਿਹੜੀ ਹੈ ਇਹ ਬੜੀ ਅਲੌਕਿਕ ਵਸਤੂ ਹੈ। ਤਾਂ ਤੇ ਮਹਾਰਾਜ ਕਿਰਪਾ ਕਰਦੇ ਹਨ। ਸਫਲ ਮੂਰਤ ਗੁਰਦੇਵ ਸੁਆਮੀ। ਸਫਲ ਮੂਰਤ, ਜਿਹੜਾ ਗੁਰੂ ਦੇਵ ਪ੍ਰਕਾਸ਼ ਰੂਪ ਸੁਆਮੀ, ਸਾਰਿਆਂ ਦਾ ਮਾਲਕ, ਉਹਦਾ ਜਿਹੜਾ ਮੂਰਤ, ਉਹਦੇ ਸਰੂਪ ਦਾ ਦਰਸ਼ਨ, ਉਹ ਸਫਲ ਆ। ਤੂੰ ਚੋ ਸੱਜਣ ਮੈਡਿਆ, ਡੇਈ ਸਿਸ ਉਤਾਰ, ਨੈਣ ਮਿਹੰਜੇ ਤਰਸਦੇ ਕਦ ਪੱਸੀ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅੰਦਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲਿਆ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋ ਭਰਮ ਭੁਲੈ ਸੰਸਾਰ, ਬਿਨ ਗੁਰ ਹੋਏ ਨ ਉਤਰਸ ਪਾਰ। ਭੂਲੈ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਇਸ ਵਾਸਤੇ ਕਹਿੰਦੇ ਆ, ਉਹਨਾਂ ਦੀ ਮੂਰਤ, ਉਹਨਾਂ ਦੇ ਸਰੂਪ ਦਾ ਦਰਸ਼ਨ ਸਫਲ ਹੈ। ਦਰਸ਼ਨ ਡਿਠੈ ਲੈਣ ਬਜੋਗਾ ਜੀਓ, ਧਨ ਸੋ ਵੇਲਾ ਜੇ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਣਾ। ਧੰਨ ਧੰਨ ਬੇਬੇ ਨਾਨਕੀ, ਜਿਨ੍ਹਾਂ ਦੀ ਕਿਰਪਾ ਨਾਲ ਮਹਾਰਾਜ ਨੇ ਚਰਨ ਪਾਏ। ਜਦੋਂ ਗਏ ਕਖਾਏ ਬਸਤਰ ਕਰਕੇ ਉਦਾਸੀਆਂ ਕਰਨ, ਬੇਬੇ ਜੀ ਤੋਂ ਆਗਿਆ ਲਈ। ਮਾਤਾ ਪਿਤਾ ਵੀ ਆਏ, ਸੱਸ ਸਹੁਰਾ ਵੀ ਆਏ, ਸਾਰੇ ਆਏ। ਉਹਨੇ ਬਰਾਕ ਕੀਤਾ, ਅਸੀਂ ਬਿਰਧ ਹੋਏ ਹਾਂ। ਕਹਿੰਦੇ ਹੈ ਤੇ ਠੀਕ ਤੁਹਾਡੀ ਸੇਵਾ ਵੀ, ਪਰ ਸਾਰਾ ਸੰਸਾਰ ਦੇ ਬਜ਼ੁਰਗ, ਬਾਲਕ, ਇਸਤਰੀਆਂ, ਯਤੀਮ, ਜ਼ਾਲਮ ਰਾਜ ਰੁਲ ਰਹੇ ਹੈ। ਕਰਤਾਰ ਵੱਲੋਂ ਸਾਰੇ ਸੰਸਾਰ ਦੇ ਦੁੱਖ ਦੂਰ ਕਰਨ ਦੀ ਸੇਵਾ ਲੱਗੀ ਹੈ। ਫਿਰ ਉਹਨਾਂ ਦਾ ਸ਼ੰਕਾ ਦੂਰ ਕਰਕੇ ਗਏ। ਉਹਨਾਂ ਦੇ ਮਨ ਦਾ ਭਰਮ ਕੱਢ ਕੇ, ਤੁਹਾਡੀ ਦੋਹਾਂ ਚੋਂ ਦੀ ਸੇਵਾ ਕਰਾਂ ਜਾਂ ਸਾਰੇ ਸੰਸਾਰ ਦੀ। ਜੋ ਕਰਤਾਰ ਨੇ ਹੁਕਮ ਲਾਇਆ, ਫਿਰ ਉਹਨੇ ਵੀ ਇਜਾਜ਼ਤ ਦਿੱਤੀ। ਅਤੇ ਬੇਬੇ ਜੀ ਨੇ ਬੇਨਤੀ ਕੀਤੀ, ਮਹਾਰਾਜ ਇੱਕ ਬੇਨਤੀ ਹੈ। ਕਹਿੰਦੇ ਹੁਕਮ। ਕਹਿੰਦੇ ਜਦੋਂ ਯਾਦ ਕਰਾਂ ਦਰਸ਼ਨ ਜ਼ਰੂਰ ਦੇਣੇ, ਅਤੇ ਮੈਂ ਤੁਹਾਡੇ ਕਰਤਾਰੀ ਹੁਕਮ ਵਿੱਚ ਕੋਈ ਵਾਧਾ ਰੋਕ ਨਹੀਂ ਪਾਉਂਦੀ। ਪਾਤਸ਼ਾਹ ਨੇ ਕਿਹਾ, ਜਦੋਂ ਚੇਤੇ ਕਰੋਗੇ, ਜਦੋਂ ਵੀ ਯਾਦ ਕਰਦੇ ਰਹੇ, ਮਹਾਰਾਜ ਉਦੋਂ ਹੀ ਮਿਹਰ ਕਰਦੇ ਸੀ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਭਾਈ ਉਹ ਸਫਲ ਮੂਰਤ ਗੁਰਦੇਵ ਸੁਆਮੀ, ਉਹਨਾਂ ਦਾ ਦਰਸ਼ਨ ਸਫਲ ਹੈ। ਹਾਂਜੀ। ਸਰਬ ਕਲਾ ਭਰਪੂਰੇ। ਸਾਰੀਆਂ ਕਲਾ ਨਾਲ ਭਰੇ ਹੋਏ ਹੈ। ਇਹ ਜੀ ਦੋ ਕਲਾ ਹੈ।
4 ਕਲਾ ਹੈ, 12 16 ਕਲਾ ਹੈ, ਕਿਉਂਕਿ ਸੋਲ੍ਹ ਕਲਾ ਸੰਪੂਰਨ ਫਲਿਆ, ਅਨੰਤ ਕਲਾ ਲੈ ਠਾਕਰ ਚੜ੍ਹਿਆ। ਸਾਰੀਆਂ ਕਲਾ ਸ਼ਕਤੀਆਂ 'ਚ ਕੋਈ ਪੱਖ ਵੀ ਅਧੂਰਾ ਨਹੀਂ। ਮਹਾਰਾਜ ਭਰਪੂਰੇ ਸਾਰੀਆਂ ਕਲਾ ਦੇ ਨਾਲ ਭਰੇ ਹੋਏ ਭਰਪੂਰ ਹਨ, ਸਰਬੱਗ ਸਮਰੱਥ ਹਨ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਧੰਨ ਗੁਰੂ ਨਾਨਕ ਸਾਹਿਬ ਪਾਰਬ੍ਰਹਮ ਪਰਮੇਸ਼ਰ ਦਾ ਹੀ ਅਵਤਾਰ ਹਨ। ਸਦਾ ਸਦਾ ਹਜੂਰੇ, ਹਾਂ ਪ੍ਰੇਮੀਆਂ ਦੇ ਸਦਾ ਸਦਾ ਹਜੂਰੇ ਹਾਜ਼ਰ ਹੈ। ਜਿੱਥੇ ਵੀ ਚੇਤੇ ਕਰਦੇ ਆ ਮਹਾਰਾਜ ਉੱਥੇ ਹੀ ਆਣ ਹਾਜ਼ਰ ਹੁੰਦੇ, ਦਿਖਾਈ ਦਿੰਦੇ, ਕਿਰਪਾ ਕਰਦੇ ਹਨ। ਸੋੜ ਸੋੜ ਜੀਵ ਸੋਏ ਤਿਨਾ ਕੀ, ਉਹਨਾਂ ਦੀ ਸੋਏ ਸੋਭਾ ਨੂੰ ਸੁਣ ਸੁਣ ਕੇ ਅਸੀਂ ਜੀਂਦੇ ਬੜਾ ਆਨੰਦ ਆਉਂਦਾ ਹੈ। ਜਦੋਂ ਉਹਨਾਂ ਦੇ ਅਲੌਕਿਕ ਕਥਾ ਪ੍ਰਸੰਗ ਸੁਣਦੇ ਹਾਂ ਉਹਦੇ ਵਿੱਚੋਂ ਜੀਵਨ ਮਿਲਦਾ। ਕਈਆਂ ਦੀਆਂ ਗੱਲਾਂ ਸੁਣ ਕੇ ਜੀਵਨ ਬਰਬਾਦ ਹੁੰਦਾ ਹੈ, ਸਤਿਗੁਰੂ ਦੇ ਪ੍ਰਸੰਗ ਸੁਣ ਕੇ ਜੀਵਨ ਮਿਲਦਾ ਹੈ। ਜਿਨ ਆਪਣਾ ਪ੍ਰਭ ਜਾਤਾ, ਜਿਨ੍ਹਾਂ ਨੇ ਆਪਣੇ ਪ੍ਰਭੂ ਨਿਰੰਕਾਰ ਪਰਮੇਸ਼ਰ ਨੂੰ ਜਾਣ ਲਿਆ ਉਹ ਵੀ ਧਨਤਾ ਯੋਗ ਹਨ। ਹਰ ਨਾਮ ਅਰਾਧਾ ਹੈ, ਨਾਮ ਵਖਾਣ ਹੈ। ਹਰੀ ਦੇ ਨਾਮ ਦੀ ਆਰਾਧਨਾ ਕਰਦੇ ਹਨ ਉਹ ਗੁਰਮੁਖ ਜਨ, ਅਤੇ ਨਾਮ ਦਾ ਵਿਖਿਆਨ ਭਾਸ਼ਣ ਕਰਦੇ। ਐਵੇਂ ਗੰਦਮੰਦ ਇੱਧਰ ਉੱਧਰ ਦੀਆਂ ਅੰਡ ਵੰਡ ਗੱਲਾਂ ਨਹੀਂ ਕਰਦੇ। ਜਿੱਥੇ ਬਹਿੰਦੇ ਆ ਨਾਮ ਸੰਬੰਧੀ ਚਰਚਾ ਹੀ ਉਹਨਾਂ ਦੀ ਹੁੰਦੀ ਹੈ। ਹਰ ਨਾਮੇ ਹੀ ਮਨ ਰਾਤਾ, ਹਰੀ ਦੇ ਨਾਮ ਵਿੱਚ ਉਹਨਾਂ ਦਾ ਮਨ ਰਾਤਾ ਰੰਗਿਆ ਰਹਿੰਦਾ, ਨਾਮ ਦੇ ਵਿੱਚ ਇਹ ਭਿੱਜੇ ਰਹਿੰਦੇ ਹਨ। ਸੇਵਕ ਜਨ ਕੀ ਸੇਵਾ ਮੰਗੈ, ਜਿਹੜੇ ਸੇਵਕ ਹੈ ਉਹਨਾਂ ਦੇ ਅੰਦਰ ਇਹ ਭਾਵਨਾ ਬਣੀ ਰਹਿੰਦੀ ਹੈ, ਜਨ ਕੀ ਸੇਵਾ ਮੰਗੈ। ਭਾਈ ਕੱਕੂ ਜੀ ਹੋਤੀ ਮਰਦਾਨ ਮਹਾਂਪੁਰਖਾਂ ਦੇ ਅਸਥਾਨ, ਧੰਨ ਧੰਨ ਬਾਬਾ ਕਰਮ ਸਿੰਘ, ਹਰ ਵੇਲੇ ਉਹ ਲੰਗਰ ਦੇ ਭਾਂਡੇ ਮਾਂਜਦੇ ਰਹਿੰਦੇ ਸੀ। ਜਿਵੇਂ ਹੁਣ ਆਪਣੇ ਵੇਰ ਸਾਹਿਬ ਆ, ਵੱਡੇ ਲੰਗਰਾਂ 'ਚ ਤਾਂ ਕੰਮ ਚੱਲਦਾ ਹੀ ਰਹਿੰਦਾ ਨਾ 24 ਘੰਟੇ। ਇਸ ਤਰ੍ਹਾਂ ਵੱਡੇ ਲੰਗਰ ਜਿੱਥੇ ਹੈ ਸੰਗਤ ਦਿਨ ਰਾਤ ਚੱਲਦੀ, ਭਾਂਡੇ ਮਾਂਜਦੇ ਸੀ। ਬਹੁਤ ਸੇਵਾ, ਜਿਹੜਾ ਵੀ ਆਉਣਾ ਉਹ ਤੋਂ ਭਾਂਡੇ ਲੈ ਲੈਣੇ, ਮੈਨੂੰ ਸੇਵਾ ਦੇ ਦਿਓ। ਇੱਕ ਦਿਨ ਫਿਰ ਮਹਾਂਪੁਰਖ ਕਹਿੰਦੇ ਭਾਈ ਕੋਕੂ ਤੇਰੀ ਜ਼ੁਬਾਨ ਹੁਣ ਦਧਾਰਾ ਖੰਡਾ ਬਣ ਗਈ ਹੈ, ਤੂੰ ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਸੇਵਾ ਭਾਂਡੇ ਮਾਂਜਣ ਦੀ ਕਰਦਾ, ਤੇਰਾ ਮਨ ਮੰਜਿਆ ਗਿਆ ਅਤੇ ਨਾਲ ਤੂੰ ਸਿਮਰਨ ਵੀ ਕਰਦਾ, ਗੱਲਾਂ ਗੱਪ ਗਪੌੜਾ ਨਹੀਂ ਮਾਰਦਾ। ਤੈਂ ਆਪਣੀਆਂ ਇੰਦਰੀਆਂ ਮਨ ਬੁੱਧੀ 'ਤੇ ਕਾਬੂ ਪਾ ਲਿਆ। ਹੁਣ ਇਹ ਜ਼ੁਬਾਨ ਦੁਆਰਾ ਸੋਚ ਕੇ ਬੋਲਿਆ ਕਰੀ, ਕਿਸੇ ਨੂੰ ਬਰ ਸਰਾਪ ਨਹੀਂ ਦੇਣਾ, ਅਜਰ ਵਸਤੂ ਨੂੰ ਜਰਨਾ। ਇਹ ਨਹੀਂ ਕਿਸੇ ਦਾ ਝੁੱਗਾ ਵਸਾਤਾ ਅਤੇ ਕਿਸੇ ਦਾ ਉਜਾੜ ਦਿੱਤਾ, ਐਸਾ ਕੰਮ ਨਹੀਂ ਕਰਨਾ। ਇਸ ਵਾਸਤੇ ਸੇਵਾ ਵਿੱਚ ਸਿਮਰਨ ਵਿੱਚ ਐਸੀਆਂ ਬਰਕਤਾਂ ਹਨ, ਜਿਹਦੇ 'ਤੇ ਕਿਰਪਾ ਕਰਦਾ ਉਹੀ ਕਰਦਾ ਹੈ। ਇਸ ਵਾਸਤੇ ਕਹਿੰਦੇ ਹਨ ਕਿ ਉਹ ਜਿਹੜੇ ਜਾਣਿਆ ਉਹਨਾਂ ਨੇ ਕਮਾਈ ਕਰ ਕਰਕੇ ਉਹਨੂੰ ਜਾਣ ਲਿਆ ਹੈ। ਪੂਰੇ ਕਰਮ ਕਮਾਵਾ, ਨਾਮ ਦੀ ਆਰਾਧਨਾ ਕਰਦੇ, ਨਾਮ ਦਾ ਵਿਖਿਆਨ, ਨਾਮ ਵਿੱਚ ਰਤੇ ਰਹਿੰਦੇ ਆ। ਸੇਵਕ ਜਿਹੜੇ ਆ ਉਹ ਜਨਾਂ ਦੀ ਸੇਵਾ ਹੀ ਮੰਗਦੇ। ਆਮ ਬੰਦਾ ਹੁੰਦਾ ਮੇਰੀ ਕੋਈ ਖਿਦਮਤ ਕਰੇ, ਤੁਹਾਡੀ ਖਿਦਮਤ ਕਰੇਗਾ ਤੁਹਾਡੇ ਪੁੰਨ ਲੈ ਜਾਏਗਾ, ਆਪਣੇ ਪਾਪ ਦੇ ਜਾਏਗਾ। ਜਦੋਂ ਦੂਜੇ ਦੀ ਕਰਾਂਗੇ ਤੁਹਾਡੇ ਪਾਪ ਭੁੱਲ ਜਾਏਗਾ, ਤੁਸੀਂ ਉਹਦੇ ਪੁੰਨ ਲੈ ਲਓਗੇ ਸੇਵਾ ਕਰਕੇ। ਪਰ ਅੱਜ ਦਾ ਇਨਸਾਨ ਚਾਹੁੰਦਾ ਮੈਨੂੰ 2-2 4-4 ਨੌਕਰ ਚਾਹੀਦੇ। ਸੇਵਾ ਵਾਲਾ ਤਾਂ ਭਾਵ ਹੀ ਖਤਮ ਹੋ ਗਿਆ। ਬਿਰਲੇ ਬਿਰਲੇ ਹੈ ਜਿਨ੍ਹਾਂ ਦੇ ਅੰਦਰ ਐਸਾ ਹੈ। ਸੋ ਇਸ ਕਰਕੇ ਕਹਿੰਦੇ ਹਨ ਕਿ ਉਹ ਜਿਹੜੇ ਗੁਰਮੁਖ ਪਿਆਰੇ ਹੈ, ਸੇਵਕ ਜਨ ਕੀ ਸੇਵਾ ਮੰਗੈ। ਉਹ ਜਨਾਂ ਦੀ ਸੇਵਾ ਮੰਗਦੇ, ਹਰ ਵੇਲੇ ਸੇਵਾ 'ਚ ਲੀਨ ਰਹਿੰਦੇ ਹਨ। ਨਾਨਕ ਕੀ ਬੇਨੰਤੀ ਸੁਆਮੀ, ਪਿੱਛੇ ਪੂਰੀ ਕਰ ਦਿਓ। ਸੇਵਕ ਜਨ ਕੀ ਸੇਵਾ ਮੰਗੈ, ਸੇਵਕ ਜਿਹੜੇ ਉਹ ਹਮੇਸ਼ਾ ਜਨਾਂ ਦੀ ਸੇਵਾ ਹੀ ਮੰਗਦੇ ਹਨ। ਪੂਰੇ ਕਰਮ ਕਮਾਵਾ,
ਹਾਂ ਪੂਰਨ ਤੌਰ 'ਤੇ ਭਿੱਜ ਕੇ ਸੇਵਾ ਰੂਪੀ ਕਰਮ ਨੂੰ ਉਹ ਘੁਮਾਉਂਦੇ ਆ। ਧੰਨ ਧੰਨ ਬਾਬਾ ਕਰਮ ਸਿੰਘ ਜੀ ਜਦੋਂ ਫੌਜ ਵਿੱਚ ਸੀ, ਉਹਨਾਂ ਨੇ ਫੌਜ 'ਚ ਉਹ ਡਿਊਟੀ ਲੈਣੀ ਜਿਹੜੀ 12 ਤੋਂ 2 ਵਜੇ ਹੋਵੇ। ਉਦੋਂ ਨੀਂਦ ਦਾ ਜ਼ੋਰ ਹੁੰਦਾ ਨਾ, ਉਸ ਵੇਲੇ ਫਿਰ ਨੀਂਦ ਬੜਿਆਂ ਬੜਿਆਂ ਨੂੰ ਢਾਹ ਲੈਂਦੀ ਨਾ। ਧਰਮਰਾਜ ਦੀ ਪੁੱਤਰੀ ਉਹ ਵੀ ਇਹ ਸੁੱਤੇ ਹੋਣਗੇ, ਮੈਂ ਆਰਾਮ ਨਾਲ ਭਜਨ ਕਰੂੰਗਾ। ਫਿਰ ਉਹ ਫੌਜੀਆਂ ਨੇ ਆਪਣੇ ਬੂਟ, ਪੱਟੀਆਂ, ਪਲੇਟਾਂ ਖਾ ਕੇ ਉਵੇਂ ਜੂਠੀਆਂ ਸਿੱਟ ਦੇਣੀਆਂ, ਜਿਵੇਂ ਅੱਜ ਕੱਲ੍ਹ ਵੀ ਘਰਾਂ 'ਚ ਹੁੰਦਾ। ਉਹ ਕੌੜੀ ਭਾਂਡਿਆਂ ਦੀ ਜੂਠੀ ਉਵੇਂ ਸੁੱਟ ਦੇਣੀ ਅਤੇ ਚਲੋ ਸਵੇਰੇ ਕਰ ਲਾਂਗੇ। ਪਰ ਸਿਆਣੇ ਬੰਦੇ ਉਹ ਨਹੀਂ ਕਰਦੇ। ਅੱਜ ਦਾ ਕੰਮ ਕੱਲ੍ਹ 'ਤੇ ਨਹੀਂ, ਹੁਣ ਦਾ ਫੇਰ ਨਹੀਂ। ਉਹ ਨਾਲ ਦੀ ਨਾਲ ਹੀ ਕੰਮ ਸਾਰਾ ਸਾਫ ਸੁਥਰਾ ਰੱਖਦੇ। ਅਤੇ ਜਿਹੜੇ ਆਮ ਬੰਦੇ ਇਵੇਂ ਹੀ ਆ। ਉਹ ਇੱਕ ਛੋਕਰਾ ਇੱਕ ਵਾਰੀ ਆਇਆ ਇੱਧਰੋਂ ਫਗਵਾੜੇ ਵੱਲੋਂ, ਉਹਦੀ ਮਾਂ ਚਲ ਗਈ ਯੂਪੀ ਨੂੰ। ਉਹ ਨਿਆਣਿਆਂ ਨੂੰ ਅੱਜ ਕੱਲ੍ਹ ਸੇਵਾ ਵਾਲੀ ਚੂੰਡ ਪਾਈ ਨਹੀਂ। ਬਸ ਜੋ ਰੋਟੀਆਂ ਬਣਾ ਕੇ ਰੱਖ ਗਈ, ਸਬਜ਼ੀ ਸੂਈ ਫਰਿੱਜ 'ਚ, ਉਹ ਖਾ ਖਾ ਕੇ ਭਾਂਡੇ ਜੂਠੇ ਸੁੱਟੀ ਗਿਆ। ਜਿੱਲੇ ਆਈ ਅਤੇ ਜਿੰਨੇ ਬੰਬੂ ਕਾਠ ਦੇ ਭਾਂਡੇ ਸੀ ਸਾਰੇ ਜੂਠੇ ਪਏ ਸੀ ਸਾਰੇ ਹੀ। ਅਤੇ ਮਾਂ ਫਿਰ ਕਈ ਦਿਨ ਮਾਂਜਦੀ ਰਹੀ। ਉਹਨੂੰ ਦੱਸਿਆ ਸਾਨੂੰ ਅੱਜ ਕੱਲ੍ਹ ਭਾਂਡਾ ਪਲੇਟ ਧੋਣੀ ਮਾਂਜਣੀ ਬੜਾ ਔਖਾ ਕੰਮ ਆ। ਪਰ ਸਿਆਣੇ ਪੁਰਸ਼ ਸਾਫ ਸੁਥਰਾ, ਰਸੋਈ ਪਾਕਸ਼ਾਲਾ ਵੀ ਸਾਫ ਸੁਥਰੀ, ਬਸਤਰ ਵੀ, ਸਾਰੀ ਕਿਰਿਆ ਆਂਢ ਗੁਆਂਢ ਇੱਧਰ ਉੱਧਰ, ਕਿਉਂਕਿ ਸਫਾਈ ਵੀ ਖੁਦਾਈ ਹੈ ਨਾ। ਕਲੀਨਲੀਨੈਸ ਨੈਕਸਟ ਗੋਡਲੀਨੈਸ। ਸਫਾਈ ਖੁਦਾ ਦਾ ਰੂਪ, ਮਨ ਬਣੀ ਸਰੀਰ ਕਰਕੇ ਹਰ ਪੱਖ। ਅਸੀਂ ਤਾਂ ਗੁਰਦੁਆਰੇ ਦੇਖਦੇ ਨਹੀਂ, ਆਪਣਾ ਕੰਮ ਕੱਢਿਆ ਉੱਧਰ ਉੱਧਰ ਸੁੱਟ ਗਏ। ਭਾਵੇਂ ਉਹ ਢੋਲ ਜਿਹਾ ਰੱਖੇ ਹੁੰਦੇ ਸਰਾਵਾਂ 'ਚ, ਸੇਵਾਦਾਰਾਂ ਨੂੰ ਦਿੱਤੇ ਮੰਜੇ ਬਿਸਤਰੇ, ਮੂੰਗਫਲੀ ਖਾ ਖਾ ਕੇ ਛਿੱਲਾਂ ਸੁੱਟ ਜਾਣੀਆਂ, ਕੇਲਿਆਂ ਦੀਆਂ ਛਿੱਲਾਂ, ਸੰਤਰਿਆਂ ਦੀਆਂ ਸਿੱਟ ਜਾਣੀਆਂ। ਇਹ ਨਹੀਂ ਵੀ ਜਿਹੜਾ ਸਾਤੋਂ ਬਾਅਦ ਆਏਗਾ ਉਹ ਕੀ ਕਰੇਗਾ। ਫਲੈਸ਼ਵਾਤ ਹੈ, ਭਾਲਦੇ ਤਾਂ ਹੈ ਵੀ ਅਟੈਚ ਮਿਲ ਜਾਣ। ਇਹ ਵੀ ਫਰਜ਼ ਆ ਨਾ, ਜਾਂਦੇ ਹੋ ਸਾਫ ਸੁਥਰਾ ਕਰਕੇ ਜਾਓ, ਆਉਣ ਵਾਲੇ ਨੂੰ ਵੀ ਕੋਈ ਕਸ਼ਟ ਨਾ ਹੋਵੇ। ਪਰ ਇਹ ਭਾਵਨਾ ਸਾਡੇ 'ਚ ਹੈ ਨਹੀਂ। ਚਾਹੀਦੀ ਹੈ ਸਾਫ ਸਫਾਈ। ਅਤੇ ਮਹਾਂਪੁਰਖਾਂ ਨੇ ਫਿਰ ਸਾਰੀਆਂ ਪਲੇਟਾਂ ਪਲੂਟਾਂ ਧੋ ਕੇ, ਬੂਟ ਬਾਟ, ਬਸਤਰ ਬੁਸਤਰ ਐਨ ਤੈਹਾਂ ਲਾ ਕੇ ਸਾਫ ਕਰਕੇ, ਜ਼ਿਲ੍ਹੇ ਫੌਜੀਆਂ ਨੂੰ ਉੱਠਣਾ। ਸੇਵਾ ਜਿੱਥੇ ਵੀ ਚੱਲ ਜਾਓ ਉੱਥੇ ਬਣ ਜਾਂਦੀ ਜੇ ਕਰਨੀ ਹੋਵੇ। ਜੇ ਨਹੀਂ ਕਰਨੀ ਫਿਰ ਨਹੀਂ। ਜੇ ਕਰਨੀ ਤਾਂ ਫਿਰ ਤਾਂ ਮੁੱਕਦੀ ਨਹੀਂ, ਨਹੀਂ ਕਰਨੀ ਫਿਰ ਕੁਛ ਵੀ ਨਹੀਂ ਹੈ। ਸੇਵਾ ਬਣਾਉਣੀ ਪੈਂਦੀ ਹੈ, ਮਨ ਬਣਾਉਣਾ ਪੈਂਦਾ ਹੈ। ਆਪ ਗਵਾ ਕੇ ਸੇਵਾ ਹੁੰਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ। ਅੱਜ ਅਸੀਂ ਤੋਂ ਦੂਰ ਹੁੰਦੇ ਤਾਂ ਹੀ ਤਾਂ ਜਪ ਤਪ ਖਤਮ ਹੋ ਗਿਆ, ਪੁੰਨ ਖੀਣ ਹੁੰਦੇ ਜਾ ਰਹੇ। ਹੁਣ ਘਸਿਆਰੇ ਬਣੇ ਹੋਏ ਆ, ਚਾਹੇ ਮਜ਼ਦੂਰ ਬਣ ਕੇ ਇੱਥੇ ਰੋਟੀ ਖਾਈ ਚਲੋ, ਚਾਹੇ ਬਲੈਤਾਂ 'ਚ ਖਾਈ ਚਲੋ। ਅਤੇ ਸਿੱਖਾਂ ਦੇ ਪੱਲੇ ਹੈ ਕੀ ਹੈ ਇਸ ਵੇਲੇ? ਮਜ਼ਦੂਰੀ ਰਹਿ ਗਈ। ਉਹ ਰਾਜ ਸਮਾਜ ਤੇਜ ਤਪ ਖਤਮ। ਉਹਨਾਂ ਲੋਕਾਂ ਨੇ ਕਮਾਈਆਂ ਕੀਤੀਆਂ ਸੀ ਤਾਂ ਉਹਨਾਂ ਨੂੰ ਕੋਈ ਤਪ ਤੇਜ ਵਾਲਾ ਜੀਵਨ ਮਿਲਿਆ ਸੀ, ਹੁਕਮ ਹਾਸਲ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਹ ਫੌਜੀਆਂ ਨੇ ਕਿਹਾ ਵੀ ਕੌਣ ਕਰ ਜਾਂਦਾ। ਜਿਹੜੇ ਦੇਖਿਆ ਅਤੇ ਮਹਾਂਪੁਰਖ ਕਹਿੰਦੇ ਮਹਾਰਾਜ ਸਾਡੇ ਦੇ ਭਾਰ ਚੜ੍ਹਾਉਂਦੇ ਆ। ਕਹਿੰਦੇ ਨਹੀਂ। ਮੈਂ ਕਿਹਾ ਮੇਰੇ ਵੀਰ ਫੌਜ ਵਿੱਚ ਥੱਕ ਟੁੱਟ ਜਾਂਦੇ ਵਿਚਾਰੇ, ਅਤੇ ਚਲੋ ਇਹਨਾਂ ਦੇ ਭਾਂਡੇ ਸਾਫ ਕਰ ਦਿਓ, ਇਹਨਾਂ ਦੇ ਵਸਤਰ ਸਾਫ ਕਰ ਦਿਓ, ਤਹਿ ਤੂੰ ਲਾ ਦਿਓ। ਉਹਨਾਂ ਨੂੰ ਵੀ ਸਮੱਤ ਦੇ ਦਿੱਤੀ। ਦੂਜੇ ਨੂੰ ਲਾਉਣ ਵਾਸਤੇ ਆਪ ਕਰਨਾ ਪੈਂਦਾ। ਜੇ ਟੀਚਰ ਨੇ ਵਿਦਿਆਰਥੀਆਂ ਨੂੰ PhD ਕਰਾਉਣੀ ਹੈ ਨਾ, ਪਹਿਲਾਂ ਬਲੈਕ ਬੋਰਡ 'ਤੇ ਊੜਾ ਐੜਾ ਆਪ ਹੀ ਲਿਖਣਾ ਪੈਂਦਾ ਹੁੰਦਾ। ਮਾਸਟਰ ਨੂੰ ਲੋੜ ਨਹੀਂ ਹੁੰਦੀ, ਪਰ ਸਿਖਾਲਣ ਵਾਸਤੇ ਕਰਨਾ ਪੈਂਦਾ ਹੈ। ਪਰ ਅੱਜ ਸਾਡੇ 'ਚ ਭਾਵਨਾ ਨਹੀਂ। ਸੋ ਇਸ ਵਾਸਤੇ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਝਾੜੂ ਦੀ ਸੇਵਾ, ਜੋੜਿਆਂ ਦੀ ਸੇਵਾ, ਆ ਸਾਫ ਸਫਾਈ, ਲੰਗਰਾਂ ਦੀ ਸੇਵਾ। ਹੁਣ ਆਪਾਂ ਸਮਝਦੇ ਕਿ ਸਾਡੀ ਹੇਠੀ ਉਹ, ਮੈਂ ਤਾਂ ਬਹੁਤ ਵੱਡਾ ਹਾਂ।
ਪਰ ਇਹ ਜਿਹੜੀਆਂ ਸੇਵਾ ਚਰਨਾਂ ਤੋਂ ਸ਼ੁਰੂ ਕੀਤੀ ਹੈ। ਬਹੁਤੇ ਲੋਕ ਦਸਮ ਦੁਆਰ ਨੂੰ ਦੌੜਦੇ ਆ, ਪਰ ਗੁਰੂ ਨਾਨਕ ਦੀ ਸਿੱਖੀ ਚਰਨਾਂ ਤੋਂ ਸ਼ੁਰੂ ਹੁੰਦੀ ਹੈ। ਅਤੇ ਜਿਸ ਮਹਿਲ ਦੀ ਨੀਂਹ ਹੀ ਹੈ ਨਹੀਂ, ਉਹ ਕਿੰਨਾ ਕੁ ਉਸਰੂ, ਕਿੰਨਾ ਕੁ ਚਿਰ ਖੜੂਗਾ। ਆਕਾਸ਼ ਵਿੱਚ ਹਵਾਈ ਕਿਲੇ ਦੁਨੀਆ ਉਸਾਰਨ ਲੱਗੀ ਹੈ, ਪਰ ਧਰਤੀ ਦੇ ਅਰਥ ਕਰਨਾ ਪੈਂਦਾ। ਬਿਜਲੀ ਵੀ ਤਾਂ ਹੀ ਪ੍ਰਕਾਸ਼ ਦਿੰਦੀ ਹੈ, ਅਤੇ ਜਹਾਜ਼ ਵੀ ਲੈਂਡ ਕਰਦੇ ਆ ਫਿਰ ਹੀ ਉੱਡਦੇ ਆ। ਫਿਰ ਲੈਂਡ 'ਤੇ ਉਤਰਨਾ ਕਿੰਨਾ ਕੁ ਚਿਰ ਉੜੀ ਜਾਣਗੇ ਆਕਾਸ਼ 'ਚ। ਪਰ ਅੱਜ ਬੰਦਾ ਕਹਿੰਦਾ ਮੈਂ ਸ਼ਨੀ ਆਕਾਸ਼ 'ਚ ਘੁੰਮੀ ਜਾਊਂਗਾ। ਔਰ ਮੰਦ ਵੈਰਾਗੀਆਂ ਦੀ ਹਾਲਤ ਕੀ ਹੈ? ਉੱਡਦੀ ਉੱਡਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਡਿਠਾ ਮਿਰਤ ਕੋ ਇੱਲ ਬਹਿਠੀ ਆਏ। ਮੁਰਦਾਰ 'ਤੇ ਇੱਲ ਬੈਠੀ ਹੁੰਦੀ ਨਾ, ਛੱਡ ਕੇ ਉੱਡਦੀ ਆਕਾਸ਼। ਅੱਗੇ ਉਹ ਅਗੰਮ ਹੈ ਬਾਹਿੱਦੜ ਜਾਣ, ਆਕਾਸ਼ ਦਾ ਅੰਤ ਨਹੀਂ ਆਉਂਦਾ। ਮੁੜ ਕੇ ਫਿਰ ਉਹ ਮੁਰਦਾਰ 'ਤੇ ਆ ਬਹਿੰਦੀ। ਇਉਂ ਲੋਕ ਉੱਡਦੇ ਆ। ਸੁਣ ਗੱਲਾਂ ਆਕਾਸ਼ ਕੀਟਾਂ ਏ ਰੀਸ, ਬੰਦਗੀ ਵਾਲਿਆਂ ਦੀ ਰੀਸ ਕਰਨੀ ਚਾਹੁੰਦੇ ਆ। ਫਿਰ ਜਿਹੜੇ ਮਰਦਾਰ ਨੂੰ ਛੱਡ ਕੇ ਜਾਂਦੇ ਉੱਥੇ ਫਿਰ ਬਹਿ ਜਾਂਦੇ ਆ ਕੇ। ਰੀਸ ਹੁੰਦੀ ਨਹੀਂ ਹੈ, ਕਮਾਈ ਨਾਲ ਇਹ ਚੀਜ਼ਾਂ ਮਿਲਦੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਦਿੰਦੇ ਹਨ। ਨਾਨਕ ਕੀ ਬੇਨੰਤੀ ਸੁਆਮੀ। ਹੇ ਸੁਆਮੀ ਮਾਲਕ, ਸਾਡੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਤੇਰੇ ਜਨ ਦੇਖਣ ਪਾਵਾ, ਤੇਰੇ ਜਨਾਂ ਨੂੰ ਦੇਖਣ ਪਾਈਏ, ਉਹਨਾਂ ਦੇ ਦਰਸ਼ਨ ਕਰਦੇ ਰਹੀਏ। ਵਡ ਭਾਗੀ ਸੇ ਕਾਢੀਐ ਪਿਆਰੇ। ਹੇ ਪਿਆਰੇ, ਉਹ ਵੱਡਿਆਂ ਭਾਗਾਂ ਵਾਲੇ ਕੱਢੇ ਜਾਂਦੇ ਹਨ, ਕਹੇ ਜਾਂਦੇ ਹਨ। ਸੰਤ ਸੰਗਤ ਜਿਨ੍ਹਾਂ ਵਸ, ਜਿਨ੍ਹਾਂ ਦਾ ਸੰਤਾਂ ਦੀ ਸੰਗਤ ਵਿੱਚ ਨਿਵਾਸ, ਪਵਿੱਤਰ ਪੁਰਸ਼ਾਂ ਦੀ ਸੰਗਤ 'ਚ ਨਿਵਾਸ ਪਾਉਂਦੇ ਹਨ। ਅੰਮ੍ਰਿਤ ਨਾਮ ਆਰਾਧੀਐ ਨਿਰਮਲ। ਮਨ ਨੂੰ ਪਵਿੱਤਰ ਕਰਨ ਵਾਸਤੇ ਅੰਮ੍ਰਿਤ ਰੂਪੀ ਨਾਮ ਦੀ ਆਰਾਧਨਾ ਕਰਦੇ ਰਹੀਏ। ਮਨੈ ਹੋਵੈ ਪਰਗਸ, ਮਨ 'ਚੋਂ ਜਦੋਂ ਵਿਕਾਰ ਦੂਰ ਹੋ ਜਾਂਦੇ, ਫਿਰ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਬੁੱਧੀ ਦੀ ਨਿਰਮਲਤਾਈ ਨਾਲ। ਜਨਮ ਮਰਨ ਦੁਖ ਕਾਟੀਐ ਪਿਆਰੇ। ਇਹਦਾ ਫਲ ਆਦੇਸ਼ ਕੀ ਹੈ? ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ ਹਨ। ਚੁਕੈ ਜਮ ਕੀ ਕਾਣੇ, ਜਮਾਂ ਦੀ ਕਾਣ ਕਨੌੜ ਵੀ ਚੁੱਕ ਜਾਂਦੀ ਹੈ। ਤਿਨਾ ਪ੍ਰਾਪਤ ਦਰਸ਼ਨ ਨਾਨਕ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਜੋ ਪ੍ਰਭ ਆਪਣੇ ਭਾਣੇ, ਜੋ ਪ੍ਰਭੂ ਦੇ ਭਾਣੇ ਰਜ਼ਾ ਹੁਕਮ ਵਿੱਚ ਆ ਕੇ ਆਪਾ ਭਾਵ ਗਵਾ ਚੁੱਕੇ ਹਨ। ਊਚ ਅਪਾਰ ਬੇਅੰਤ ਸੁਆਮੀ। ਉੱਚਾ ਹੈ, ਅਪਾਰ ਪਾਰਾਵਾਰ ਨੇ, ਬੇਅੰਤ ਕਲਾ ਦਾ ਮਾਲਕ ਹੈ ਸੁਆਮੀ, ਸਾਰਿਆਂ ਦਾ ਨਾਥ। ਕੌਣ ਜਾਣੈ ਗੁਣ ਤੇਰੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇਰੇ ਕੀਤੇ ਗੁਣਾਂ ਪਰਉਪਕਾਰਾਂ ਨੂੰ ਕਲਗੀਆਂ ਵਾਲੇ ਕੌਣ ਜਾਣ ਸਕਦਾ ਹੈ। ਗਾਵਤੇ ਉਦਰਹਿ ਸੁਣਤੇ ਉਦਰਹਿ। ਜਿਹੜੇ ਤੇਰਾ ਜਸ ਗਾਉਂਦੇ ਉਹਨਾਂ ਦਾ ਵੀ ਉਧਾਰ ਹੋ ਗਿਆ, ਸੁਣਨ ਵਾਲਿਆਂ ਦਾ ਵੀ ਹੁੰਦਾ ਹੈ। ਬਿਨਸਹਿ ਪਾਪ ਘਨੇਰੇ। ਘਣੇ ਜਿਹੜੇ ਬਹੁਤੇ ਪਾਪ ਉਹ ਵੀ ਨਾਸ ਹੋ ਜਾਂਦੇ ਹਨ। ਪਸ਼ੂ ਪ੍ਰੇਤ ਮੁਕਤ ਕਉ ਤਾਰੇ। ਹਾਂ, ਪਸ਼ੂਆਂ ਵਰਗੇ ਜਿਹੜੇ ਸੀ ਮੁਗਧ ਮੂਰਖ ਸਨ, ਪ੍ਰੇਤ ਜਿਹੜੇ ਸਾਧ ਸੰਗ ਗਏ ਗੁਜਰੇ ਹੋਏ ਲੋਕ ਸੀ, ਕੋਈ ਕਰਮ ਧਰਮ ਸ਼ਰਮ ਪੱਲੇ ਨਾ ਸੰਗਤ 'ਚ ਆ ਜਾਣ, ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ। ਪਾਹਨ ਪਾਰ ਉਤਾਰੇ। ਪਾਹਣ ਪੱਥਰ ਵਰਗੀ ਜਿਨ੍ਹਾਂ ਦੀ ਜੜ ਬੁੱਧੀ ਸੀ, ਪਾਤਸ਼ਾਹ ਕਿਰਪਾ ਕਰਕੇ ਉਹਨਾਂ ਦੀ ਵੀ ਕਲਿਆਣ ਕਰਨ ਦੇ ਪੱਥਰ ਵੀ ਤਾਰ ਦਿੰਦੇ ਹਨ। ਸਰ ਪਰ ਗਿਰਵਰ ਤਰੇ, ਜਿਵੇਂ ਤਰਵਰ ਕੇ ਪਾਤ, ਜਿਵੇਂ ਦਰਖਤ ਦਾ ਪੱਤਾ, ਇਸ ਤਰ੍ਹਾਂ ਪੱਥਰ ਵੀ ਤਰ ਜਾਂਦੇ ਆ। ਕਹਿੰਦੇ ਨਾ ਕਿ ਗੁਰਮੁਖ ਸਾਇਰ ਪਾਹਣ ਤਾਰੇ, ਗੁਰਮਤਿ ਰਿਸ਼ੀਕੇਸ਼ ਗੋਵਰਧਨ ਧਾਰੇ, ਐਸੀ ਕਲਾ ਵੀ ਵਰਤਾ ਦਿੰਦੇ ਹਨ। ਨਾਨਕ ਦਾਸ ਤੇਰੀ ਸਰਣਾਈ। ਇਹ ਪਾਤਸ਼ਾਹ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸਦਾ ਸਦਾ ਬਲਿਹਾਰੈ। ਅਸੀਂ ਸਦਾ ਹਮੇਸ਼ਾ ਹਮੇਸ਼ਾ ਵਿੱਚ ਤੋਂ ਬਲਿਹਾਰ ਜਾਂਦੇ। ਤੁਹਾਡੇ ਕੀਤੇ ਪਰਉਪਕਾਰ ਬੇਅੰਤ ਹਨ, ਅਸੀਂ ਅਕਿਰਤ ਘਣਾ ਨੇ ਜਾਣਿਆ ਨਹੀਂ। ਸਾਡੀ ਤਾਂ ਹਾਲਤ ਇਹ ਬਣੀ ਹੈ ਨਾ, ਉਹ ਕਸ਼ਮੀਰ 'ਚ ਕੋਈ ਗਏ ਯਾਤਰੂ, ਕੋਈ ਗੋਰਾ ਵੀ ਆਇਆ ਸੀ, ਉਹ ਕੋਈ ਬੱਚਾ ਡਿੱਗ ਪਿਆ, ਉਹ ਦੇਖੀ ਜਾਣ। ਉਹ ਹੁਣ ਸਮੁੰਦਰੀ ਇਲਾਕਿਆਂ 'ਚ ਰਹਿੰਦੇ, ਤਰਨ ਤੁਰਨਾ ਜਾਣਦੇ ਹੁੰਦੇ ਆ, ਮਾਰੀ ਛਾਲ ਕੱਢ ਲਿਆ, ਉਹ ਬੱਚਾ ਲੈ ਕੇ ਤੁਰਦੇ ਹੋਏ। ਉਹ ਗੋਰਾ ਕਹਿੰਦਾ ਇਹਨੀ ਥੈਂਕ ਯੂ ਵੀ ਨਹੀਂ ਕਿਹਾ,
ਕਹਿੰਦੇ ਤੂੰ ਆ ਇੱਕ ਨਿਆਣਾ ਕੱਢ ਕੇ ਦੇ ਕੇ ਥੈਂਕ ਜੂ। ਇੱਥੇ ਪੰਜਵੇਂ ਪਾਤਸ਼ਾਹ ਤਤੀਆਂ ਤਵਿਆਂ 'ਤੇ ਬੈਠੇ, 9ਵੇਂ ਨੇ ਸੀਸ ਦਿੱਤਾ, 10ਵੇਂ ਨੇ ਸਾਰਾ ਕੁਛ ਕੁਰਬਾਨ ਕੀਤਾ ਹੀ ਨਹੀਂ। ਉਹਨੂੰ ਥੈਂਕ ਯੂ ਨਹੀਂ ਕਿਹਾ, ਤੂੰ ਥੈਂਕ ਯੂ ਕਿੱਥੋਂ ਭਾਲਦਾ? ਇਹ ਤਾਂ ਸਾਡਾ ਦੇਸ਼ ਕਿਰਤ ਘਣਾ ਦਾ ਬਣ ਚੁੱਕਿਆ। ਮਹਾਰਾਜ ਦੇ ਸਾਰੇ ਪਰਉਪਕਾਰ ਭੁਲਾ ਕੇ ਦੁਨੀਆ ਕਿੱਧਰ ਕਿੱਧਰ ਤੁਰੀ ਫਿਰਦੀ ਹੈ, ਤੁਹਾਡੇ ਸਾਹਮਣੇ ਹੀ ਹੈ। ਅਤੇ ਸਿੱਖੀ ਵਾਲੀ ਗੱਲ ਹੀ ਨਹੀਂ ਰਹਿ ਗਈ। ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਦੋਹਰੀ ਦਸਤਾਰ, ਮੁੱਛਾਂ ਪੱਖੋਂ ਮੌਲਵੀ, ਵੇਖਣ ਨੂੰ ਸਰਦਾਰ। ਇਹ ਤਾਂ ਹਾਲ ਬਣਿਆ ਹੋਇਆ। ਅਤੇ ਗੁਰੂ ਮਹਾਰਾਜ ਕਿਤੇ ਸਮੱਤ ਬਖਸ਼ਦਾ ਸਾਡੇ ਦੇਸ਼ ਵਾਸੀਆਂ ਨੂੰ, ਜੋ ਇਸ ਵੇਲੇ ਹਾਲ ਹਵਾਲ ਬਣਿਆ ਹੋਇਆ। ਪਰਜਾ ਅੰਧੀ ਗਿਆਨ ਬਿਨ, ਊੜਕ ਸਤ ਮੁਖੋਂ ਆਲਾਈ। ਰਾਜੇ ਪਾਪ ਕਮਾਉਂਦੇ ਉਲਟੀ ਬਾੜ, ਖੇਤ ਕੋ ਖਾਈ। ਉਹ ਬਿਲਕੁਲ ਜ਼ਮਾਨਾ ਇਸ ਢੰਗ ਦਾ ਚੱਲ ਰਿਹਾ। ਗੁਰੂ ਮਹਾਰਾਜ ਜੀ ਮਿਹਰ ਕਰਨ। ਇੰਨੀਆਂ ਬੇਨਤੀਆਂ ਭਾਈ ਸਤਿਗੁਰੂ ਪ੍ਰਵਾਨ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਧੰਨਵਾਦ। ਪ੍ਰਬੰਧਕਾਂ ਸੰਗਤਾਂ ਦਾ ਵੀ, ਸੇਵਾਦਾਰਾਂ ਦਾ। ਮਹਾਰਾਜ ਮਿਹਰ ਕਰਨ। ਖਾਲਸਾ ਪੰਥ ਵਿੱਚ ਏਕਤਾ, ਭਾਗ, ਪਿਆਰ ਬਖਸ਼ਿਸ਼ ਕਰਨ। ਕਲਯੁਗ ਨੇ ਇੱਕ ਨਵਾਂ ਹਥਿਆਰ ਕੱਢਿਆ ਕਰੋਨੇ ਦਾ, ਜਿਹਦੇ ਕਾਰਨ ਬਾਹਰਲੇ ਦੇਸਾਂ ਸਭ ਗੁਰੂ ਘਰ, ਧਰਮ ਕੇਂਦਰ, ਚਾਹੇ ਈਸਾਈ ਹੈ, ਮੁਸਲਿਆਂ ਦੇ ਹੈ, ਗੁਰੂ ਘਰ ਦੇ ਹੈ, ਬੰਦ, ਲੰਗਰ ਵੀ ਬੰਦ ਕਰੀ ਬੈਠੇ ਆ। ਇੱਥੇ ਵੀ ਦੁਹਾਈ ਬੜੀ ਪਈ ਹੈ। ਆ ਸਿੱਖਾਂ ਦਾ ਸਭ ਨੂੰ ਵੱਡਾ ਤਿਉਹਾਰ ਹੋਲੇ ਮਹੱਲੇ ਦਾ ਹੁੰਦਾ। ਕਲਯੁਗ ਨੇ ਐਸਾ ਪ੍ਰਭਾਵ ਬਣਾਇਆ ਹੋਇਆ ਕਿ ਸਭ ਖੁੱਡਾਂ 'ਚ ਬਾੜੇ ਹੈ ਕਿ ਧਰਮ ਸਥਾਨਾਂ ਜਾਣ, ਕੋਈ ਸੇਵਾ ਕਰੂ, ਕੋਈ ਸਿਮਰਨ ਕਰੂਗਾ। ਅਤੇ ਨਹੀਂ ਤਾਂ ਇਹਨਾਂ ਦਿਨਾਂ 'ਚ ਦੇਖ ਲਓ, ਟਰੱਕਾਂ 'ਚ ਬੋਲੇ ਸੋ ਨਿਹਾਲ ਇੰਨੀ ਹੁੰਦੀ ਸੀ। ਹੁਣ ਤਾਂ ਲੰਗਰ ਨੂੰ ਵੀ ਕਹੀਏ ਜਾਣਾ ਡਰਦੇ ਆ। ਕੀ ਕਰੀਏ ਬਾਬਾ ਜੀ, ਕਰੋਨਾ। ਸੋ ਇਸ ਵਾਸਤੇ ਇਹ ਕਲਯੁਗ ਦਾ ਹੈ ਨਾ। ਕਲਯੁਗ ਹੁਣ ਆਪਣੇ ਹੱਥ ਦਿਖਾ ਰਿਹਾ ਕਿ ਧਰਮ ਤੋਂ ਲੋਕਾਂ ਨੂੰ ਕਿਵੇਂ ਬੇਮੁਖ ਕਰਕੇ ਆਪਣਾ ਸਿੱਕਾ ਚਲਾਉਣਾ ਉਹ ਚਲਾ ਰਿਹਾ ਹੈ। ਇਸ ਵਾਸਤੇ ਕਹਿੰਦੇ ਕਲੀ ਕਾ ਜਨਮ ਚੜਾਲ ਕਹਿ ਕਰ, ਉਹ ਗੱਲ ਹੈ। ਪਰ ਮਹਾਰਾਜ ਅੱਗੇ ਜੇ ਅਰਦਾਸ ਕਰਾਂਗੇ, ਇਹ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਵੀ ਕਰਦੇ ਹਨ, ਪਰ ਜੇ ਉਹਨਾਂ ਦੇ ਦਾਸ ਬਣੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮਹਾਰਾਜ ਮਿਹਰ ਕਰਨ। ਖਾਲਸਾ ਪੰਥ ਵਿੱਚ ਏਕਤਾ, ਭਾਗ, ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ